दूसरा कदों होया जी 39 ਤੋਂ 45 39 ਤੋਂ 45 ਬਿਲਕੁਲ ਠੀਕ ਹੈ। ਦੋ ਵਿਸ਼ਵ ਯੁੱਧ ਹੋਏ ਨਾ, ਜਦੋਂ ਪਹਿਲਾ ਹੋਇਆ ਸੀ ਨਾ ਤਾਂ ਇੱਕ ਸੰਸਥਾ ਬਣੀ ਸੀ, ਉਹਨੂੰ ਕਹਿੰਦੇ ਸੀ ਲੀਗ ਆਫ ਨੇਸ਼ਨਸ। ਹਾਂਜੀ ਸਰ, ਬਣੀ ਸੀ ਨਾ। ਹਾਂਜੀ ਹਾਂ। ਉਹਨੂੰ ਕਹਿੰਦੇ ਨੇ ਵੀ ਪਹਿਲੇ ਵਿਸ਼ਵ ਯੁੱਧ ਦਾ ਬੱਚਾ, ਕਿਉਂਕਿ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਬਣੀ ਸੀ ਨਾ ਉਹ ਸੰਸਥਾ। ਹਾਂਜੀ ਸਰ। ਤਾਂ ਜੇ ਕੋਈ ਪੁੱਛੇ ਵੀ ਪਹਿਲੇ ਵਿਸ਼ਵ ਯੁੱਧ ਦਾ ਚਾਈਲਡ ਜਾਂ ਚਾਈਲਡ ਆਫ ਫਸਟ ਵਰਲਡ ਵਾਰ ਕਿਹਨੂੰ ਕਿਹਾ ਜਾਂਦਾ ਤਾਂ ਲੀਗ ਆਫ ਨੇਸ਼ਨ ਹੈ। ਹੁਣ ਇਹਦੇ 'ਚ ਤੁਹਾਨੂੰ ਇੱਕ ਗੱਲ ਯਾਦ ਹੋਣੀ ਚਾਹੀਦੀ ਹੁਣ ਤੱਕ ਜੋ ਮੈਂ ਤੁਹਾਨੂੰ ਦੱਸ ਰਿਹਾ ਉਹ ਇਹ ਵੀ ਲੀਗ ਆਫ ਨੇਸ਼ਨ ਕਿਉਂ ਬਣੀ ਸੀ। ਲੀਗ ਆਫ ਨੇਸ਼ਨ ਇੱਕ ਇਹੋ ਜਿਹੀ ਸੰਸਥਾ ਬਣੀ ਸੀ ਜਦੋਂ ਪਹਿਲਾ ਵਿਸ਼ਵ ਯੁੱਧ ਹੋਇਆ ਵੀ ਹੁਣ ਦੁਬਾਰਾ ਨਾ ਕਿਤੇ ਵਿਸ਼ਵ ਯੁੱਧ ਹੋ ਜੇ, ਇਸ ਕਰਕੇ ਇੱਕ ਸੰਸਥਾ ਬਣਾਤੀ ਦੇਸ਼ਾਂ ਨੇ ਮਿਲ ਕੇ ਆਪਸ 'ਚ। ਕਾਮਯਾਬ ਨਹੀਂ ਹੋਈ ਕਿਉਂਕਿ ਵਰਲਡ ਵਾਰ 2 ਦੁਬਾਰਾ ਛਿੜ ਗਈ ਸੀ। ਹੁਣ ਲੀਗ ਆਫ ਨੇਸ਼ਨ ਸਨ 1919 ਦੇ ਵਿੱਚ ਬਣੀ ਸੀ, ਧਿਆਨ ਰੱਖਿਓ ਠੀਕ ਹੈ ਨਾ। ਲੀਗ ਆਫ ਨੇਸ਼ਨ ਦੇ ਨਾਲ 1919 'ਚ ਇੱਕ ਹੋਰ ਸੰਸਥਾ ਵੀ ਬਣੀ ਸੀ, ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਵੀਡੀਓ 'ਚ, ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ILO। ਇਹਦੇ ਹੈੱਡਕੁਆਟਰ ਵੀ ਜਨੇਵਾ 'ਚ ਹੀ ਨੇ। ਇਹ ਬਹੁਤ ਮਹੱਤਵਪੂਰਨ ਹੈ। 1 ਮਈ ਨੂੰ ਲੇਬਰ ਡੇ ਮਨਾਇਆ ਜਾਂਦਾ ਨਾ, ਤਾਂ ਉਹਦੀ ਹਿਸਟਰੀ ਮੈਂ ਸਾਰੀ ਦੱਸੀ ਸੀ ਉਹਦੇ 'ਚ। ਠੀਕ ਹੈ ਜੀ, ਆਉਂਦਾ ਹੁੰਦਾ ਹੈ ਕੁਐਸਚਨ ਲਾਜ਼ਮੀ, ਬਿਲਕੁਲ ਆਊਗਾ ਜੀ, ਕਿਉਂ ਨਹੀਂ ਆਊਗਾ, ਕਿਉਂਕਿ ਹੈ ਹੀ ਇੰਪੋਰਟੈਂਟ ਕੁਐਸਚਨ। ਚਲਿਏ ਕਿ ਅਗਲਾ ਕੁਐਸਚਨ ਮੈਂ ਤੁਹਾਨੂੰ ਫਿਰ ਉਹੀ ਗੱਲ ਦੱਸਤੀ। ILO ਕਹਿੰਦਾ ਠੀਕ ਹੈ ਨਾ, ਅੰਤਰਰਾਸ਼ਟਰੀ ਲੇਬਰ ਸੰਸਥਾਨ ਜਿਹੜਾ ਸੰਗਠਨ ਬਣਿਆ 1919 'ਚ ਬਣਿਆ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦੇ ਦੂੰਗਾ, ਟੈਨਸ਼ਨ ਨਾ ਲਓ, ਉਹ 'ਚ ਪਾ ਦੂੰਗਾ, ਗਰੁੱਪ 'ਚ ਪਾ ਦੂੰਗਾ ਸਾਰੇ ਕੁਐਸਚਨਸ, ਤੁਸੀਂ ਉੱਥੇ ਦੇਖ ਲਿਓ, ਨੋਟ ਕਰਨ ਦੀ ਕੋਈ ਲੋੜ ਨਹੀਂ ਹੈਗੀ। ਠੀਕ ਹੈ ਜੀ, ਅੱਛਾ ਅੱਗੇ ਪੜ੍ਹਦੇ ਹਾਂ। ਕੁਐਸਚਨ ਕਹਿੰਦਾ ਜੀ, ਕਹਿੰਦਾ IMF ਇੱਕ ਨਾ ਸੰਸਥਾ ਹੈ, ਇੰਟਰਨੈਸ਼ਨਲ ਮੋਨੀਟਰੀ ਫੰਡ। ਹਾਂ ਬਿਲਕੁਲ ਠੀਕ ਹੈ, ਇੰਟਰਨੈਸ਼ਨਲ ਮੋਨੀਟਰੀ ਫੰਡ ਪੂਰੀ ਦੁਨੀਆ ਦੇ ਵਿੱਚ ਜਿਹੜਾ ਸਿਸਟਮ ਹੈ ਨਾ ਕਰੰਸੀ ਦਾ, ਕਰੰਸੀ ਦੇ ਸਿਸਟਮ ਨੂੰ ਸਾਰਾ ਹੀ ਕੰਟਰੋਲ ਕਰਦਾ IMF। ਇੱਕ ਹੋਰ ਸੰਸਥਾ ਹੈ, ਉਹਦਾ ਨਾਮ ਹੈਗਾ ਜੀ ਵਰਲਡ ਬੈਂਕ। ਇਹ ਦੋ ਸੰਸਥਾਵਾਂ ਨੇ, ਇਹਨਾਂ ਦੋਨਾਂ ਦੇ ਜਿਹੜੇ ਹੈੱਡਕੁਆਟਰ ਨੇ ਇਹ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ 'ਚ ਨੇ। ਠੀਕ ਹੈ ਜੀ, ਵਾਸ਼ਿੰਗਟਨ DC ਅਮਰੀਕਾ ਦੀ ਰਾਜਧਾਨੀ ਹੈ। ਇਹ ਦੋਨੋਂ ਸੰਸਥਾਵਾਂ ਸਨ 1945 'ਚ ਬਣੀਆਂ ਸੀ UNO ਦੇ ਨਾਲ। ਠੀਕ ਹੈ ਜੀ, ਚਲੋ ਅੱਗੇ ਦੇਖਦੇ ਹਾਂ। ਇੱਕ ਨਾ ਕੁਐਸਚਨ ਪੜ੍ਹੋ, ਕਹਿੰਦਾ ਜੀ 14 ਪੁਆਇੰਟ ਦਿੱਤੇ ਸੀ ਕਿਸੇ ਨੇ, ਵੈਸੇ 14 ਪੁਆਇੰਟ ਬੜੇ ਮਸ਼ਹੂਰ ਨੇ। ਇੱਕ ਤਾਂ 14 ਪੁਆਇੰਟ ਮਸ਼ਹੂਰ ਨੇ ਫਰੈਂਕਲਿਨ ਡੀ ਰੂਜ਼ਵੈਲਟ ਦੇ, ਅਮਰੀਕਾ ਦੇ ਰਾਸ਼ਟਰਪਤੀ ਰਹਿ ਚੁੱਕੇ ਨੇ। ਇੱਕ 14 ਪੁਆਇੰਟ ਮਸ਼ਹੂਰ ਨੇ ਮੁਹੰਮਦ ਅਲੀ ਜਿੰਨਾ ਦੇ, ਮਾਡਰਨ ਹਿਸਟਰੀ 'ਚ ਪੜ੍ਹਾਂਗੇ। ਹਾਂ ਲੇਕਿਨ ਫਿਲਹਾਲ ਆਪਾਂ ਹੁਣੇ ਪੜ੍ਹਿਆ ਵੀ ਲੀਗ ਆਫ ਨੇਸ਼ਨਸ ਨਾਮ ਦੀ ਸੰਸਥਾ ਬਣੀ ਸੀ ਸਨ 1919 'ਚ, ਕਿਉਂਕਿ ਫਰੈਂਕਲਿਨ ਡੀ ਰੂਜ਼ਵੈਲਟ ਨੇ 14 ਪੁਆਇੰਟ ਦਾ ਇੱਕ ਪ੍ਰੋਗਰਾਮ ਦਿੱਤਾ ਸੀ, ਉਹਦੇ ਤਹਿਤ ਬਣੀ ਸੀ। ਬਸ ਇਹ ਗੱਲ ਯਾਦ ਰੱਖ ਲਿਓ। ਠੀਕ ਹੈ, ਲੀਗ ਆਫ ਨੇਸ਼ਨਸ ਬਾਰੇ ਮੈਂ ਬਹੁਤਾ ਜ਼ਿਆਦਾ ਨਹੀਂ ਪੜ੍ਹਾ ਰਿਹਾ ਕਿਉਂਕਿ ਮੈਨੂੰ ਐਂ ਲੱਗਦਾ ਵੀ ਆਪਾਂ ਨੂੰ UNO ਬਾਰੇ ਜ਼ਿਆਦਾ ਪੜ੍ਹਨਾ ਚਾਹੀਦਾ। ਠੀਕ ਹੈ, ਬਾਰ-ਬਾਰ ਆਉਣਗੀਆਂ ਗੱਲਾਂ, ਆਉਣਗੀਆਂ ਕਲੀਅਰ ਹੋ ਜਾਣਗੀਆਂ। ਅੱਛਾ, ਇੱਕ ਆਹ ਕੁਐਸਚਨ ਆਉਂਦਾ ਹੁੰਦਾ ਬਈ ਯੂਨਾਈਟਿਡ ਨੇਸ਼ਨ ਦੇ ਨੇ ਨਾ ਇੱਕ ਇਕਨੋਮਿਕ ਰਾਈਟਸ ਦੇ ਉੱਪਰ ਚਾਰਟਰ ਸਾਈਨ ਕੀਤਾ ਸੀ। ਇਹ ਮੈਂ ਵੀਡੀਓ 'ਚ ਨਹੀਂ ਦੱਸਿਆ ਤੁਹਾਨੂੰ। ਠੀਕ ਹੈ ਨਾ, ਮੈਂ ਤੁਹਾਨੂੰ ਦੱਸ ਦਿੰਦਾ। 1974 ਦਸੰਬਰ ਦੇ ਵਿੱਚ 1974 ਦੇ ਵਿੱਚ ਇੱਕ ਯੂਨਾਈਟਿਡ ਨੇਸ਼ਨ ਨੇ ਇਕਨੋਮਿਕ ਰਾਈਟਸ ਦਾ ਮਤਲਬ ਹੋ ਗਿਆ ਜੀ ਆਰਥਿਕ ਅਧਿਕਾਰ। ਆਰਥਿਕ ਅਧਿਕਾਰਾਂ ਦੇ ਉੱਪਰ ਇੱਕ ਬਿੱਲ ਪੇਸ਼ ਕੀਤਾ ਸੀ ਤੇ ਪਾਸ ਕੀਤਾ ਸੀ। ਬਸ ਇਹਦੀ ਡੇਟ ਹੀ ਪੁੱਛੀ ਜਾਂਦੀ ਹੈ। ਬਾਕੀ ਮੈਂ ਜਦੋਂ UNO ਪੜ੍ਹਾਈ ਸੀ ਮੈਂ ਤੁਹਾਨੂੰ ਦੱਸਿਆ ਸੀ UNO ਦੇ ਕਈ ਸਾਰੇ ਅੰਗ ਨੇ, ਮੁੱਖ 5 ਅੰਗ ਨੇ। ਇੱਕ ਪਹਿਲਾਂ ਇੱਕ ਹੋਰ ਅੰਗ ਵੀ ਹੁੰਦਾ ਸੀ 6ਵਾਂ ਅੰਗ, ਮੈਂ ਨਹੀਂ ਪੜ੍ਹਾਇਆ ਉਹ ਕਿਉਂਕਿ ਉਹ ਖਤਮ ਹੋ ਚੁੱਕਿਆ। ਉਹਦੇ ਉੱਪਰ ਆਪਾਂ ਕੁਐਸਚਨਸ ਕਰ ਲਾਂਗੇ। ਟਰਸਟੀਸ਼ਿਪ ਕਾਊਂਸਲ ਹੁੰਦੀ ਸੀ ਜਿਹੜੀ ਲੜਾਈ ਹੋਣ ਤੋਂ ਰੋਕਦੀ ਸੀ, ਤੇ ਹੁਣ ਤਾਂ ਲੜਾਈ ਹੁੰਦੀ ਹੈ ਨਹੀਂ, ਫਿਰ ਉਹਦਾ ਵੀ ਕੰਮ ਖਤਮ ਹੋ ਗਿਆ। ਠੀਕ ਹੈ ਨਾ, ਤੇ ਕਹਿਣ ਦਾ ਭਾਵ ਕੀ ਹੈ ਜੀ ਬਈ ਆਹ 1974 'ਚ ਆਰਥਿਕ ਅਧਿਕਾਰਾਂ ਦੇ ਉੱਪਰ ਇੱਕ ਮਤਾ ਪਾਸ ਹੋਇਆ ਸੀ UNO ਦੇ ਵਿੱਚ, ਉਹਨੂੰ ਕਹਿੰਦੇ ਨੇ ਚਾਰਟਰ ਆਫ ਇਕਨੋਮਿਕ ਰਾਈਟਸ। ਠੀਕ ਹੈ ਜੀ, ਇਹ ਸਭ ਫੈਕਚੁਅਲ ਗੱਲਾਂ ਨੇ ਜੀ, ਐਂ ਯਾਦ ਰੱਖਣੀਆਂ ਨੇ ਬਸ। ਹੁਣ ਮੈਨੂੰ ਇਹ ਦੱਸੋ, ਤੁਹਾਨੂੰ ਪਤਾ UNO ਦੀ ਸਥਾਪਨਾ ਕਦੋਂ ਹੋਈ? ਕੀ ਤਰੀਕ ਸੀ? 24 ਅਕਤੂਬਰ 1945 ਨੂੰ। ਠੀਕ ਹੈ ਜੀ, ਅਤੇ ਉਹ ਤੋਂ ਪਹਿਲਾਂ 1945 'ਚ ਇੱਕ ਕਾਨਫਰੰਸ ਹੋ ਚੁੱਕੀ ਸੀ ਜਿਹਨੂੰ ਕਹਿੰਦੇ ਨੇ, ਕਿਉਂਕਿ ਅਮਰੀਕਾ 'ਚ ਹੀ ਬਣੀ ਸੰਸਥਾ ਤੇ ਅਮਰੀਕਾ 'ਚ ਹੀ ਆ ਸੈਨ ਫਰਾਂਸਿਸਕੋ, ਬਾਕੀ ਦਾ ਕੋਈ ਆਪਸ਼ਨ ਬਣਦੇ ਨਹੀਂ। ਠੀਕ ਹੈ ਨਾ ਜੀ, ਸੈਨ ਫਰਾਂਸਿਸਕੋ ਅਮਰੀਕਾ 'ਚ ਹੈ ਜੀ, ਤੇ ਉੱਥੇ ਇੱਕ ਕਾਨਫਰੰਸ ਹੋਈ ਸੀ। ਉਹ ਤੋਂ ਬਾਅਦ ਫਿਰ 1945 ਦੀ 24 ਅਕਤੂਬਰ ਨੂੰ UN ਬਣ ਗਈ ਸੀ। ਕਿੰਨੇ ਮੈਂਬਰ ਸੀ ਉਦੋਂ UN ਬਣੀ? 50 ਮੈਂਬਰ ਸੀ ਜੀ। 51 ਮੈਂਬਰ ਸੀ, 50 ਦੇ ਸਾਈਨ ਸੀ। ਜਰਮਨੀ, ਇੱਕ ਪੋਲੈਂਡ ਬਾਅਦ 'ਚ ਆਇਆ।
ਹੁਣ 193 ਨੇ 193 ਨੇ। ਬਸ ਥੋੜੀ ਨੌਲੇਜ ਹੁਣ ਆਊਗੀ ਕੰਮ ਅੱਗੇ ਜਾ ਕੇ। ਕਹਿੰਦਾ ਜੇ ਤੁਸੀਂ ਚਾਹੁੰਦੇ ਹੋ ਸੰਯੁਕਤ ਰਾਜ ਦੇ ਮੈਂਬਰ ਬਣਨਾ, ਦੇਖੋ ਇਹ ਕੁਐਸਚਨ ਇਹੋ ਜਿਹੇ ਨੇ ਜਿਹੜੇ ਆਪਾਂ ਟੌਪਿਕ ਨੂੰ ਕਵਰ ਕਰਨ ਵਾਸਤੇ ਕਰ ਰਹੇ ਹਾਂ। ਘਬਰਾਉਣ ਦੀ ਕੋਈ ਲੋੜ ਨਹੀਂ। ਇਹਨਾਂ ਦੇ ਉੱਪਰ ਲਿਟਰੇਚਰ ਜਿਹੜੀ ਹੈ ਮੈਂ ਤੁਹਾਨੂੰ ਦੇ ਦੂੰਗਾ ਪ੍ਰਿੰਟ ਕਰਕੇ UNO ਦੀ, ਠੀਕ ਹੈ। ਕੱਲ ਜਿਹੜਾ ਟੌਪਿਕ ਕਰਿਆ ਸੀ ਨਾ ਉਹਦੇ ਲਿਟਰੇਚਰ ਤੁਹਾਨੂੰ ਪ੍ਰਿੰਟ ਕਰਕੇ ਦੇ ਦੇਣਾ, ਜਿਹੜੇ ਆਨਲਾਈਨ ਵਾਲੇ ਨੇ ਉਹ ਬਣਾ ਲੈਣਗੇ ਨੋਟਸ ਆਪਣੇ। ਸੋ ਜੇਕਰ UN ਦਾ ਮੈਂਬਰ ਬਣਨਾ ਤਾਂ ਇਹਨਾਂ ਸਾਰੀਆਂ ਸ਼ਰਤਾਂ ਨੂੰ ਮੰਨਣਾ ਜ਼ਰੂਰੀ ਹੈ। ਸਭ ਤੋਂ ਪਹਿਲੀ ਗੱਲ ਵੀ ਤੁਸੀਂ ਇੱਕ ਦੇਸ਼ ਹੋਣੇ ਚਾਹੀਦੇ ਹੋ ਅਤੇ ਤੁਸੀਂ ਮਤਲਬ ਤੁਹਾਨੂੰ ਸ਼ਾਂਤੀ ਦੇ ਨਾਲ ਪਿਆਰ ਹੋਣਾ ਚਾਹੀਦਾ ਹੈ ਨਾ। ਐ ਨਹੀਂ ਹੈ ਵੀ ਲੜਾਈ ਕਰਨੀ ਹੈ, ਤੁਹਾਡੀ ਸੋਚ ਸ਼ਾਂਤੀ ਬਰਕਰਾਰ ਕਰਨ ਦੀ ਹੋਣੀ ਚਾਹੀਦੀ। ਦੂਜੀ ਗੱਲ, ਜੋ ਯੂਨਾਈਟਿਡ ਨੇਸ਼ਨ ਚਾਰਟਰ 'ਚ ਲਿਖੀਆਂ ਹੋਈਆਂ ਸ਼ਰਤਾਂ ਨੇ ਤੁਹਾਨੂੰ ਮੰਨਣੀਆਂ ਪੈਣਗੀਆਂ, ਮੰਨਣੀ ਪੈਣਗੀਆਂ ਤਾਂ ਹੀ ਤਾਂ ਮੈਂਬਰ ਬਣਾਉਣਗੇ। ਤੀਸਰੀ ਗੱਲ, ਤੁਹਾਨੂੰ ਜਿਹੜੀਆਂ ਤੁਹਾਡੇ ਉੱਪਰ ਜਿਹੜੀਆਂ ਡਿਊਟੀਆਂ ਓਬਲੀਗੇਸ਼ਨਸ ਲੱਗੀਆਂ ਹੋਈਆਂ ਉਹ ਪੂਰੀਆਂ ਕਰਨੀਆਂ ਪੈਣਗੀਆਂ, ਜੋ ਤੁਹਾਡੇ ਡਿਊਟੀਆਂ ਲਾਤੀਆਂ UN ਨੇ। ਫਿਰ ਭਾਵੇਂ ਉਹ ਫੰਡ ਦੇਣ ਦੇ ਸੰਬੰਧਨ ਹੋਣ ਵੀ ਤੁਹਾਨੂੰ ਪੈਸਾ ਦੇਣਾ ਪਊਗਾ ਜਾਂ ਕੋਈ ਵੀ ਹੋਰ ਹੋ ਸਕਦੀਆਂ। ਸੋ ਇਹ ਤਾਂ ਬੜੀਆਂ ਬੇਸਿਕ ਜਿਹੀਆਂ ਗੱਲਾਂ, ਇਸ ਕਰਕੇ ਆਨਸਰ ਆਲ ਆਫ ਦੀਸ ਆ ਜਾਊਗਾ ਵੀ ਤੁਹਾਨੂੰ ਸਾਰੀਆਂ ਗੱਲਾਂ ਮੰਨਣੀਆਂ ਪੈਣਗੀਆਂ ਜੇ ਤੁਸੀਂ ਯੂਨਾਈਟਿਡ ਨੇਸ਼ਨਸ ਦਾ ਮੈਂਬਰ ਬਣਨਾ, ਠੀਕ ਹੈ ਜੀ। ਅੱਗੇ ਚੱਲਦੇ ਹਾਂ। ਕਹਿੰਦੇ ਜੀ ਹੁਣ ਇਹ ਇੱਕ ਇਹੋ ਜਿਹਾ ਕੁਐਸਚਨ ਹੈ, ਕਹਿੰਦਾ 1992 ਦਾ ਜਿਹੜਾ ਸਨ ਸੀਗਾ ਉਹਨੂੰ ਸੰਯੁਕਤ ਰਾਜ ਨੇ ਕਾਹਦਾ ਸਨ ਡਿਕਲੇਅਰ ਕੀਤਾ। ਹੁਣ ਦੇਖੋ ਜੀ, ਸੰਯੁਕਤ ਰਾਜ ਸਨ 1945 'ਚ ਬਣ ਗਿਆ ਸੀ, ਅੱਜ ਚੱਲ ਰਿਹਾ ਸਨ 2020, 75 ਸਾਲ ਹੋ ਗਏ ਜੀ। ਹਰੇਕ ਸਾਲ ਨੂੰ ਕੁਛ ਨਾ ਕੁਛ ਤਾਂ ਕਿਹਾ ਇਹਨਾਂ ਨੇ, ਤੇ ਇੱਦਾਂ ਦਾ ਯਾਦ ਰੱਖਣਾ ਬਹੁਤ ਮੁਸ਼ਕਿਲ ਹੈ, ਠੀਕ ਨਹੀਂ। ਪਰ ਮੈਂ ਤੁਹਾਨੂੰ ਦੱਸਦਾ ਕਿਉਂਕਿ ਥੋੜ੍ਹਾ ਜਿਹਾ ਵੱਖਰਾ ਜਿਹਾ ਹੈਗਾ। 1992 ਨੂੰ ਯੂਨਾਈਟਿਡ ਨੇਸ਼ਨਸ ਨੇ ਕਹਿਤਾ ਸੀ ਇੰਟਰਨੈਸ਼ਨਲ ਸਪੇਸ ਈਅਰ, ਅੰਤਰਿਕਸ਼ ਵਰਸ਼, ਬ੍ਰਹਿਮੰਡ ਦਾ ਵਰਸ਼, ਠੀਕ ਹੈ ਨਾ। ਵੈਸੇ ਹੀ ਬਸ ਤਾਂ ਉਹ ਕੁਛ ਸਪੇਸ ਕਰਕੇ ਉਹਨਾਂ ਨੇ ਕੁਐਸਚਨ ਪਾਤਾ, ਅਦਰਵਾਈਜ਼ ਇਹਦਾ ਬਹੁਤ ਸਾਰੇ ਸਨ ਨੇ। ਹੁਣ ਉਹ ਪੁੱਛਣਾ ਨੇ 1994 ਨੂੰ ਕੀ ਕਿਹਾ ਸੀ, ਕੁਛ ਨਾ ਕੁਛ ਉਦੋਂ ਵੀ ਕਿਹਾ ਹੋਊਗਾ। ਪਰ ਫਿਰ ਮੈਂ ਕੀ ਕੀਤਾ, ਮੈਂ ਇਹ ਲੈ ਕੇ ਆਇਆ ਲਿਸਟ। ਮੈਂ ਕਿਹਾ ਹੁਣ ਇਹ ਵਾਲੇ ਜਿਹੜੇ ਸਨ ਚੱਲ ਰਹੇ ਨੇ ਇਹ ਤਾਂ ਇੰਪੋਰਟੈਂਟ ਨੇ ਨਾ। ਹੁਣ ਸਨ 2019 ਲੰਘ ਕੇ ਗਿਆ, ਯੂਨਾਈਟਿਡ ਨੇਸ਼ਨ ਨੇ 2019 ਨੂੰ ਆ 3 ਅਲੱਗ-ਅਲੱਗ ਨਾਮ ਦਿੱਤੇ ਸੀ। ਪਹਿਲਾ ਤਾਂ ਜੀ ਇੰਡੀਜੀਨੀਅਸ ਲੈਂਗੁਏਜ, ਵੀ ਜਿਹੜੀਆਂ ਲੋਕਲ ਭਾਸ਼ਾਵਾਂ ਹੁੰਦੀਆਂ ਨਾ ਆਪਣੀਆਂ, ਆਪਾਂ ਬੋਲਦੇ ਹਾਂ ਮੰਨ ਲਓ ਮਲਵਈ ਭਾਸ਼ਾ, ਜਿਹੜੀ ਰੀਜਨਲ ਲੈਂਗੁਏਜਿਸ ਹੁੰਦੀਆਂ, ਬਾਂਗਰੂ ਲਾਈਕ ਦੈਟ, ਹਰਿਆਣਵੀ ਲਾਈਕ ਦੈਟ ਨਾ। ਅੱਛਾ, ਦੂਜਾ ਹੈਗਾ ਇੰਟਰਨੈਸ਼ਨਲ ਈਅਰ ਆਫ ਮੋਡਰੇਸ਼ਨ। ਮੋਡਰੇਸ਼ਨ ਦਾ ਮਤਲਬ ਉਹੀ ਹੁੰਦਾ ਜੀ ਜਿਵੇਂ ਮੋਡਰੇਟ ਨਹੀਂ ਹੁੰਦੇ ਸੀ ਫਰੀडम ਸਟਰਗਲ 'ਚ ਨਰਮ ਦਲ, ਤਾਂ ਸਾਨੂੰ ਹਰੇਕ ਕੰਮ ਜਿਹੜਾ ਹੈਗਾ ਮੋਡਰੇਟ ਰਹਿ ਕੇ ਕਰਨਾ ਚਾਹੀਦਾ ਨਾ, ਵੀ ਸ਼ਾਂਤੀ ਰੱਖ ਕੇ। ਤੇ ਹੋਰ ਕੀ ਕਿਹਾ, ਪੀਰੀਓਡਿਕ ਟੇਬਲ। ਤੁਹਾਨੂੰ ਪਤਾ ਕੈਮਿਸਟਰੀ 'ਚ ਪੀਰੀਓਡਿਕ ਟੇਬਲ ਹੁੰਦਾ। ਕੈਮਿਸਟਰੀ 'ਚ ਕਈ ਸਾਰੇ ਤੱਤ ਹੁੰਦੇ ਨੇ, ਨਾ ਕੈਮਿਸਟਰੀ 'ਚ ਕੈਮੀਕਲਸ ਹੁੰਦੇ ਨੇ ਕਈ ਤਰ੍ਹਾਂ ਦੇ, ਉਹਨਾਂ ਨੂੰ ਜਦੋਂ ਆਪਾਂ ਅਰੇਂਜ ਕਰਦੇ ਨੇ ਉਹ ਪੀਰੀਓਡਿਕ ਟੇਬਲ ਕਹਿੰਦੇ ਨੇ। ਸੋ 2019 ਨੂੰ ਸੰਯੁਕਤ ਰਾਜ ਨੇ ਆ 3 ਨਾਮ ਦਿੱਤੇ ਸੀ। ਗੱਲ ਸਮਝ ਆਈ। ਹੁਣ ਇਹ ਤਾਂ ਪਿਓਰਲੀ ਕੀ ਹੈ, ਰੱਟੇ ਵਾਲਾ ਕੁਐਸਚਨ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ ਜੀ। ਹੁਣ ਅੱਗੇ ਚੱਲਦੇ ਹਾਂ। ਸਨ 2020 ਨੂੰ ਦੇਖੋ ਕੀ ਕਿਹਾ ਯੂਨਾਈਟਿਡ ਨੇਸ਼ਨ ਨੇ, ਨੀਚੇ ਸਨ 2020 ਆ ਗਿਆ। ਬਹੁਤ ਇੰਪੋਰਟੈਂਟ ਹੈ ਕੁਐਸਚਨ ਆਉਣ ਦੀ। ਨਰਸ ਐਂਡ ਮਿਡਵਾਈਫ, ਇੱਕ ਤਾਂ ਹੈਗਾ ਜੀ ਇੰਟਰਨੈਸ਼ਨਲ ਈਅਰ ਆਫ ਨਰਸ ਐਂਡ ਮਿਡਵਾਈਫ ਅਤੇ ਇੰਟਰਨੈਸ਼ਨਲ ਈਅਰ ਆਫ ਪਲਾਂਟ ਹੈਲਥ। ਜ਼ਿਆਦਾ ਸੰਭਾਵਨਾ ਇਹਦੇ ਆਉਣ ਦੀ ਹੈ 2020 ਨੂੰ। WHO ਨੇ, ਕਿਉਂਕਿ WHO ਵੀ ਤਾਂ ਇਹਨਾਂ ਦੇ ਅੰਡਰ ਹੀ ਆਉਂਦਾ, ਪੜ੍ਹਿਆ ਸੀ ਆਪਾਂ ਕੱਲ। ਸੋ ਕਹਿਣ ਦਾ ਭਾਵ ਇਸ ਨੇ ਇਹਨੂੰ 2020 ਨੂੰ ਨਰਸਿਸ ਦਾ ਈਅਰ ਡਿਕਲੇਅਰ ਕਰਤਾ, ਠੀਕ ਹੈ ਜੀ। ਅਤੇ 2021 ਦੇ ਲਈ ਵੀ ਦੇਖੋ ਦਿੱਤੇ ਹੋਏ ਨੇ, ਪੀਸ ਐਂਡ ਟਰਸਟ, ਸ਼ਾਂਤੀ ਔਰ ਵਿਸ਼ਵਾਸ। ਕ੍ਰੀਏਟਿਵ ਇਕੋਨਮੀ, ਕ੍ਰੀਏਟਿਵ ਇਕੋਨਮੀ ਦਾ ਮਤਲਬ ਵੀ ਜਿਹੜੀ ਆਪਣੀ ਅਰਥ ਵਿਵਸਥਾ ਹੈਗੀ ਉਹਨੂੰ ਆਪਾਂ ਹੋਰ ਕ੍ਰੀਏਟਿਵ ਬਣਾਉਣਾ, ਨਵੀਨ ਬਣਾਉਣਾ। ਫਰੂਟ ਅਤੇ ਵੈਜੀਟੇਬਲ 2021 ਦੇ ਈਅਰ ਨੂੰ। ਸੋ ਇਹ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਨਾ ਬਹੁਤੀ ਪੇਨ ਲੈਣ ਦੀ ਲੋੜ ਨਹੀਂ, ਇਹ ਤਾਂ ਯਾਦ ਕਰਨਾ ਜੀ ਬਸ, ਠੀਕ ਹੈ। ਹੋ ਜੂਗਾ ਯਾਦ, ਜਦੋਂ ਆਪਾਂ ਪੇਪਰ ਦੇ ਨੇੜੇ ਆ ਜਾਵਾਂਗੇ ਤਾਂ ਰਿਵਾਈਜ਼ ਕਰ ਲਾਂਗੇ। ਚੱਲੀਏ ਫਿਲਹਾਲ ਅੱਗੇ। ਚਲੋ ਅੱਗੇ ਕੁਐਸਚਨ ਆ ਗਿਆ, ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੀ ਟਰਮ ਕਿੰਨੇ ਸਾਲ ਦੀ ਹੁੰਦੀ ਹੈ? 5 ਸਾਲ ਹੁੰਦੀ ਹੈ ਜੀ, ਠੀਕ ਹੈ ਨਾ। ਅੱਛਾ ਇਹ ਦੱਸੋ ਇਹਨਾਂ ਚੋਂ ਕਿਹੜੇ UNO ਦੇ ਸੈਕਟਰੀ ਜਨਰਲ ਹੈਗੇ ਨੇ ਜਿਨ੍ਹਾਂ ਦੀ ਡੈਥ ਹੋ ਗਈ ਸੀ ਜਦੋਂ ਆਫਿਸ ਦੇ ਦੌਰਾਨ? ਹੁਣ ਦੇਖੋ ਮੈਂ ਤੁਹਾਨੂੰ ਇਸ ਕਰਕੇ ਉਦੋਂ ਨਹੀਂ ਦੱਸਿਆ, ਮੈਂ ਕਿਹਾ ਕੁਐਸਚਨਸ ਕਰ ਲਾਂਗੇ। ਆਹ ਹੈਗੇ ਸੀ ਦੂਸਰੇ ਵਾਲੇ, ਡੈਗ ਹੈਮਰਸ਼ਜੋਲਡ, ਠੀਕ ਹੈ ਜੀ। ਸੋ ਡੈਗ ਹੈਮਰਸ਼ਜੋਲਡ ਦੀ ਡੈਥ ਹੋ ਗਈ ਸੀ ਆਫਿਸ ਦੇ ਦੌਰਾਨ। ਅੱਛਾ ਪਹਿਲੇ ਕੌਣ ਸੀ? ਟਰਾਈਗਵਲੀ, ਠੀਕ ਹੈ ਨਾ। ਹੁਣ ਕੌਣ ਹੈ ਯੂਨਾਈਟਿਡ ਨੇਸ਼ਨ ਦੇ ਜਨਰਲ ਸੈਕਟਰੀ? ਐਂਟੋਨੀਓ ਗੁਟਰਸ, ਪੁਰਤਗਾਲ ਦੇ, ਠੀਕ ਹੈ ਨਾ। ਚਲੋ ਕੋਈ ਗੱਲ ਨਹੀਂ। ਆਹ ਦੱਸੋ ਮੈਨੂੰ
ਕਹਿੰਦੇ ਯੂਨਾਈਟਿਡ ਨੇਸ਼ਨ ਜਿਹੜੀ ਸੰਸਥਾ ਹੈ, ਸੰਯੁਕਤ ਰਾਜ ਸੰਸਥਾ ਜਿਹੜੀ, ਇਹਨੂੰ ਨੋਬਲ ਪ੍ਰਾਈਜ਼ ਕਦੋਂ ਮਿਲਿਆ ਪੀਸ ਦਾ? ਨਹੀਂ ਦੱਸਿਆ ਸੀ ਮੈਂ ਵੀਡੀਓ 'ਚ, ਕਿਉਂਕਿ ਮੈਂ ਰਿਜ਼ਰਵ ਰੱਖਿਆ ਹੋਇਆ ਸੀ। ਸਨ 2001 'ਚ ਮਿਲਿਆ ਜੀ। ਠੀਕ ਹੈ ਨਾ, ਇੰਟਰਨੈਸ਼ਨਲ ਮਤਲਬ ਨੋਬਲ ਪੀਸ ਪੁਰਸਕਾਰ ਮਿਲਦਾ ਨਾ, ਉਹ ਇਹਨਾਂ ਨੂੰ ਸਨ 2001 'ਚ ਮਿਲਿਆ। ਠੀਕ ਹੈ ਜੀ, ਚੱਲਦੇ ਹਾਂ ਅੱਗੇ। ਕਹਿੰਦਾ UNO ਜਦੋਂ ਬਣਿਆ ਤਾਂ ਉਹਦੇ ਕਿੰਨੇ ਮੈਂਬਰ ਸੀ? 51 ਮੈਂਬਰ ਸੀਗੇ ਜੀ, ਬਿਲਕੁਲ ਸਹੀ। 50 ਮੈਂਬਰਾਂ ਨੇ ਸਾਈਨ ਕੀਤੇ ਸੀ, ਪੋਲੈਂਡ ਨੇ ਸਾਈਨ ਨਹੀਂ ਕੀਤੇ ਸੀ। ਪੋਲੈਂਡ ਨੇ ਸਾਈਨ ਬਾਅਦ 'ਚ ਕੀਤੇ ਸੀ। ਪੋਲੈਂਡ ਦੀ ਰਾਜਧਾਨੀ ਹੈਗੀ ਵਾਰਸ਼ਾ। ਆ ਪੋਲੈਂਡ ਕਰਕੇ ਹੀ ਦੂਸਰਾ ਵਿਸ਼ਵ ਯੁੱਧ ਹੋਇਆ ਸੀ। ਮੈਂ ਤੁਹਾਨੂੰ ਵਿਸ਼ਵ ਯੁੱਧ ਪੜ੍ਹਾਉਣੇ ਆ ਇਤਿਹਾਸ 'ਚ। ਜਰਮਨੀ ਨੇ ਪੋਲੈਂਡ 'ਤੇ ਹਮਲਾ ਕਰਤਾ, ਵਿਸ਼ਵ ਸ਼ੁਰੂ ਹੋ ਗਿਆ। ਹੁਣ ਮਨਾ ਕੀਤਾ ਗਿਆ ਸੀ। ਕਹਿੰਦਾ ਜੀ ਇਹਨਾਂ 'ਚੋਂ ਕਿਹੜੀ ਸੰਸਥਾ ਹੁਣ ਯੂਨਾਈਟਿਡ ਨੇਸ਼ਨ ਦਾ ਅੰਗ ਨਹੀਂ ਹੈਗੀ? ਹੁਣੇ ਦੱਸਿਆ ਮੈਂ ਤੁਹਾਨੂੰ। ਆ ਤਾਂ ਹੈਗੀ ਹੈ, ਇਕੋਸੌਕ ਤਾਂ ਹੈਗੀ ਹੈ, ਸੈਕਟਰੀਏਟ ਵੀ ਹੈਗਾ, ICJ ਵੀ ਹੈਗਾ। ਆ ਨਹੀਂ ਹੈਗੀ। ਮੈਂ ਤੁਹਾਨੂੰ ਦੱਸਿਆ ਨਾ, ਟਰਸਟੀਸ਼ਿਪ ਕਾਉਂਸਲ ਹੈ, ਉਹ ਖਤਮ ਕਰ ਦਿੱਤੀ ਗਈ। ਉਹਦਾ ਵਜੂਦ ਹੁਣ ਬਹੁਤਾ ਰਿਹਾ ਨਹੀਂ। ਇਹ ਕਲੋਨੀਵਾਦ ਜਿਹੜੀ ਹੁੰਦੀ ਸੀ, ਕੰਟਰੀਜ਼ ਨਾ ਕਲੋਨੀਆਂ ਹੁੰਦੀਆਂ ਸੀ, ਉਹਨਾਂ ਦੇ ਨਾਲ ਡੀਲ ਕਰਦੇ ਸੀ, ਉਹਨਾਂ ਝਗੜੇ ਨਾ ਹੋ ਜਾਣ ਵਗੈਰਾ ਵਗੈਰਾ। ਹੁਣ ਕਲੋਨੀਆਂ ਰਹੀ ਨਹੀਂ ਹੈਗੀਆਂ ਬਹੁਤੀਆਂ, ਇਸ ਕਰਕੇ ਇਹਨੂੰ ਖਤਮ ਕਰਤਾ। ਕਹਿੰਦਾ ਜਿਹੜਾ ਸੰਯੁਕਤ ਰਾਜ ਹੈ ਉਹਦੀਆਂ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਮਿਲੀ ਹੋਈ ਹੈ? ਦੱਸੋ ਮੈਮ, ਵੀਡੀਓ ਦੇਖੀ ਤੁਸੀਂ? ਸੰਯੁਕਤ ਰਾਜ ਨੇ 6 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਹੋਈ ਹੈ। ਠੀਕ ਹੈ ਜੀ, ਉਹ ਕਿਹੜੀਆਂ ਨੇ? ਥੋੜਾ ਜਿਹਾ ਯਾਦ ਕਰੀਏ। ਸਭ ਤੋਂ ਪਹਿਲਾਂ ਤਾਂ ਹੈਗੀ ਜੀ ਅਰੈਬਿਕ, ਚਾਈਨੀਜ਼, ਫ੍ਰੈਂਚ, स्पेनिश और चाइनीज़ हो गया, रशियन ਅਤੇ ਇੱਕ ਹੋਰ ਭਾਸ਼ਾ ਹੈਗੀ ਹੈ ਤੁਹਾਡੀ ਜੀ ਅਰੇਬਿਕ ਹੋ ਗਿਆ। ਇੰਗਲਿਸ਼ ਤਾਂ ਨਹੀਂ ਲਿਖੀ ਮੈਂ। ਆ 6 ਲੈਂਗੁਏਜਿਸ ਨੇ ਜਿਹਨੂੰ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਨੇ ਮਾਨਤਾ ਦਿੱਤੀ ਹੋਈ ਹੈ। ਮੈਂ ਵੀਡੀਓ 'ਚ ਦੱਸਿਆ ਸੀਗਾ, ਤੁਸੀਂ ਵੀਡੀਓ ਦੇਖੋਗੇ ਨਾ ਤੁਹਾਨੂੰ UNO ਸਾਰਾ ਕਲੀਅਰ ਹੋ ਜਾਣਾ, ਟੈਨਸ਼ਨ ਨਾ ਲਓ। ਠੀਕ ਹੈ ਨਾ, ਕਿਉਂਕਿ ਉਹ ਫਿਰ ਬਾਰ-ਬਾਰ ਆਪਾਂ ਰੈਪੀਟੇਸ਼ਨ ਕਰਦੇ ਚੰਗੇ ਨਹੀਂ ਲੱਗਦੇ। ਦੁਨੀਆ 'ਚ ਸਭ ਤੋਂ ਵੱਧ ਜਿਹੜੀ ਲੋਕ ਕੋਈ ਲੈਂਗੁਏਜ ਬੋਲਦੇ ਨੇ ਉਹ ਚਾਈਨੀਜ਼ ਹੈ। ਕਿਉਂ? ਕਿਉਂਕਿ ਸਭ ਤੋਂ ਵੱਧ ਪੋਪੂਲੇਸ਼ਨ ਚਾਈਨਾ ਦੀ ਹੈ। ਦੂਜੇ ਨੰਬਰ 'ਤੇ ਸਭ ਤੋਂ ਵੱਧ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ? ਕਿਹੜੀ? ਨਹੀਂ, ਇੰਗਲਿਸ਼ ਨਹੀਂ ਹੈਗੀ, ਸਪੈਨਿਸ਼। ਤੁਸੀਂ ਕਹੋਗੇ ਸਪੇਨ ਤਾਂ ਛੋਟਾ ਜਿਹਾ ਦੇਸ਼ ਹੈ ਜੀ, ਫਿਰ ਸਪੈਨਿਸ਼ ਇੰਨੀ ਕਿਵੇਂ ਬੋਲੀ ਜਾਂਦੀ ਹੈ? ਉਹਦਾ ਕਾਰਨ ਇਹ ਹੈ ਵੀ ਕਦੇ ਸਪੇਨ ਕਿਸੇ ਟਾਈਮ 'ਤੇ ਜਿਹੜਾ ਸਪੇਨ ਸੀਗਾ ਨਾ, ਇੱਕ ਬਹੁਤ ਮਹਾਨ ਮੁਲਕ, ਇੰਗਲੈਂਡ ਵਰਗਾ ਬਹੁਤ ਮਹਾਨ ਮੁਲਕ ਮੰਨਿਆ ਜਾਂਦਾ ਸੀ। ਤੁਹਾਨੂੰ ਪਤਾ ਅਮਰੀਕਾ ਦੀ ਖੋਜ ਕਿਹਨੇ ਕੀਤੀ? ਪਤਾ ਹੋਣਾ ਚਾਹੀਦਾ, ਨੋਰਮਲ ਕੁਐਸਚਨ ਹੈ। ਕ੍ਰਿਸਟੋਫਰ ਕੋਲੰਬਸ ਨੇ। ਭਾਰਤ ਦੇ ਰਸਤੇ ਦੀ ਖੋਜ ਕਿਹਨੇ ਕੀਤੀ? ਵਾਸਕੋ ਡੀ ਗਾਮਾ ਨੇ। ਇਹ ਤਾਂ ਪਤਾ। ਉੱਦਾਂ ਕੋਲੰਬਸ ਨੇ ਖੋਜ ਕੀਤੀ ਸੀ ਅਮਰੀਕਾ ਦੀ, ਅਮਰੀਕਾ ਦੇ ਰਸਤੇ ਦੀ। ਠੀਕ ਹੈ ਨਾ, ਉਹ ਸਪੇਨ ਦਾ ਹੀ ਸੀ ਬੰਦਾ। ਠੀਕ ਹੈ, ਹਿਸਟਰੀ 'ਚ ਪੜ੍ਹਾਊਂਗਾ, ਇਹ ਚੀਜ਼ਾਂ ਆਉਣਗੀਆਂ, ਕਵਰ ਹੋਣਗੀਆਂ ਜਦੋਂ ਆਪਾਂ ਪੜ੍ਹਾਂਗੇ ਨਾ ਯੂਰਪੀਆਂ ਦਾ ਆਗਮਨ, ਯੂਰਪੀ ਸਾਡੇ ਦੇਸ਼ ਕਿੱਦਾਂ ਆਏ ਐਂਡ ਆਲ ਦੈਟ। ਕੁੱਲ ਮਿਲਾ ਕੇ 5 ਤਰ੍ਹਾਂ ਦੇ ਯੂਰਪੀ ਸਾਡੇ ਦੇਸ਼ 'ਚ ਆਏ ਸੀ। ਪੁਰਤਗਾਲੀ, ਬ੍ਰਿਟਿਸ਼, ਡੱਚ, ਡੇਨ, ਫ੍ਰੈਂਚ। ਉਹਨਾਂ ਬਾਰੇ ਆਪਾਂ ਉਦੋਂ ਪੜ੍ਹਾਂਗੇ। ਫਿਲਹਾਲ ਮੈਂ ਤੁਹਾਨੂੰ ਇਹ ਦੱਸ ਰਿਹਾ ਸੀ ਵੀ 6 ਲੈਂਗੁਏਜਿਸ ਨੂੰ ਮਾਨਤਾ ਮਿਲੀ ਹੋਈ ਹੈ ਸੰਯੁਕਤ ਰਾਜ 'ਚ, ਆਹ ਵਾਲੀਆਂ 6। ਪਰ ਜਿਹੜੀ ਕਾਰਵਾਈ ਹੁੰਦੀ ਹੈ ਉਹ ਸਿਰਫ 2 ਲੈਂਗੁਏਜਿਸ ਹੁੰਦੀ ਹੈ, ਇੱਕ ਇੰਗਲਿਸ਼ ਤੇ ਇੱਕ ਫ੍ਰੈਂਚ। ਤਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਨਾ, ਪਹਿਲਾਂ ਸਪੇਨ ਦੀ ਬਹੁਤ ਚੜ੍ਹਾਈ ਸੀ। ਜਿਹੜਾ ਸਾਰਾ ਅਮਰੀਕਾ ਦੇਖ ਰਹੇ ਹੋ ਨਾ, ਅਮਰੀਕਾ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਦੱਖਣੀ ਅਮਰੀਕਾ ਦੇ ਬਹੁਤ ਹਿੱਸੇ 'ਚ ਸਪੈਨਿਸ਼ ਬੋਲੀ ਜਾਂਦੀ ਹੈ। ਉੱਤਰੀ ਅਮਰੀਕਾ 'ਚ ਵੀ ਕਾਫੀ ਜਗ੍ਹਾ 'ਤੇ ਸਪੈਨਿਸ਼ ਬੋਲੀ ਜਾਂਦੀ ਹੈ। ਸੋ ਸਪੈਨਿਸ਼ ਬੋਲਣ ਵਾਲੇ ਵੀ ਬਹੁਤ ਨੇ। ਅੱਛਾ, ਤੁਹਾਨੂੰ ਪਤਾ ਜਿੱਥੇ ਹੁਣ ਕੈਨੇਡਾ ਭੱਜਦੇ ਹੁਣ ਸਾਰੇ, ਕੈਨੇਡਾ ਜਾਣਾ, ਕੈਨੇਡਾ ਜਾਣਾ। ਕੈਨੇਡਾ ਪਹਿਲਾਂ ਕਿਹਦੇ ਅੰਡਰ ਹੁੰਦਾ ਸੀ? ਕੈਨੇਡਾ ਪਹਿਲਾਂ ਫ੍ਰੈਂਚ ਦੇ ਅੰਡਰ ਹੁੰਦਾ ਸੀ, ਫਰਾਂਸੀਸੀਆਂ ਦੇ ਅੰਡਰ ਹੁੰਦਾ ਸੀ। ਕੈਨੇਡਾ 'ਚ ਇੰਗਲਿਸ਼ ਘੱਟ ਬੋਲਦੇ, ਫ੍ਰੈਂਚ ਜ਼ਿਆਦਾ ਬੋਲਦੇ। ਠੀਕ ਹੈ ਜੀ। ਜੇ ਹੁਣ ਆਪਾਂ ਲੈਂਗੁਏਜਿਸ ਦੀ ਗੱਲ ਕਰ ਹੀ ਰਹੇ ਹਾਂ ਤਾਂ ਹਿੰਦੀ ਚੌਥੇ ਨੰਬਰ 'ਤੇ ਆਉਂਦੀ ਹੈ। ਸਭ ਤੋਂ ਪਹਿਲਾਂ ਚਾਈਨੀਜ਼, ਫਿਰ ਸਪੈਨਿਸ਼, ਫਿਰ ਇੰਗਲਿਸ਼, ਫਿਰ ਹਿੰਦੀ। ਆਪਣੀ ਪੰਜਾਬੀ ਵੀ 9ਵੇਂ 10ਵੇਂ ਨੰਬਰ 'ਤੇ ਹੈ, ਬਹੁਤੀ ਪਿੱਛੇ ਨਹੀਂ ਹੈਗੀ। ਠੀਕ ਹੈ, ਚਲੋ ਆਹ ਕੁਐਸਚਨ ਦੇਖਦੇ ਹਾਂ ਕੀ ਕਹਿੰਦਾ। ਚਾਈਨੀਜ਼ ਅਤੇ ਮੈਂਡਰਿਨ ਸੇਮ ਹੀ ਲੈਂਗੁਏਜ ਹੈ। ਚਾਈਨੀਜ਼ ਅਤੇ ਮੈਂਡਰਿਨ ਸੇਮ ਲੈਂਗੁਏਜ ਹੈ, ਤਾਂ ਪਹਿਲੇ ਨੰਬਰ 'ਤੇ ਉਹੀ ਲਿਖਾਂਗੇ। ਉਹੀ ਕਿਹਾ ਮੈਂ ਬਈ 5 ਸਾਲ
ਨਾ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਜਿਹੜੀ ਹੁੰਦੀ ਹੈ ਉਹਦਾ ਜਿਹੜਾ ਮੇਨ ਹੈੱਡ ਹੁੰਦਾ ਹੈ ਉਹਨੂੰ 1 ਸਾਲ ਵਾਸਤੇ ਚੁਣਿਆ ਜਾਂਦਾ। ਠੀਕ ਹੈ, ਧਿਆਨ ਰੱਖਿਓ। ਜੇ ਉੱਦਾਂ ਕੋਈ ਕਵੇ ਵੀ ਜਿਹੜਾ ਜਨਰਲ ਸੈਕਟਰੀ ਹੁੰਦਾ, ਸੈਕਟਰੀਏਟ ਦਾ, ਉਹਦਾ 5 ਸਾਲ। ਐਂਟੋਨੀਓ ਗੁਟਰਸ ਉਹ ਨੇ। ਇਹ ਤਾਂ ਹਰ ਇੱਕ ਸਾਲ ਚੇਂਜ ਹੁੰਦਾ ਰਹਿੰਦਾ। ਤੁਸੀਂ ਦੇਖਿਓ ਐਤਕੀ ਕੌਣ ਹੈ। ਠੀਕ ਹੈ ਨਾ, ਨਾਈਜੀਰੀਆ ਦਾ ਹੈਗਾ ਕੋਈ ਬੰਦਾ, ਮੈਂ ਦੱਸਿਆ ਸੀ ਵੀਡੀਓ 'ਚ। ਚਲੋ ਅੱਗੇ ਚੱਲਦੇ। ਕਹਿੰਦਾ ਜੀ ਯੂਨਾਈਟਿਡ ਨੇਸ਼ਨ ਜਨਰਲ ਸੈਕਟਰੀ ਹੈ ਜਿਹੜਾ, ਹੁਣੇ ਦੱਸਿਆ ਮੈਂ ਤੁਹਾਨੂੰ, ਇਹ ਕਿਸ ਚੀਜ਼ ਦਾ ਹੈੱਡ ਹੁੰਦਾ? ਸੈਕਟਰੀਏਟ ਦਾ। ਸਕੱਤਰਤ। ਸੈਕਟਰੀਏਟ ਨਹੀਂ ਹੁੰਦਾ, ਸੈਕਟਰੀਏਟ ਮਿਨੀ ਸੈਕਟਰੀਏਟ, ਜਿੱਥੇ ਸਾਰੀ ਕਾਰਵਾਈ ਹੁੰਦੀ, ਅਫਸਰ ਬੈਠਦੇ ਨੇ। UN ਦੇ ਵੀ 5 ਅੰਗ ਨੇ ਨਾ, ਉਹਨਾਂ 'ਚੋਂ ਜਿਹੜਾ ਮੇਨ ਆਫਿਸ ਹੈ ਜਿੱਥੇ ਸਾਰੇ ਕੰਮ ਹੁੰਦੇ ਨੇ ਉਹਨੂੰ ਸੈਕਟਰੀਏਟ ਕਹਿੰਦੇ ਨੇ, ਅਤੇ ਇਹਦਾ ਹੈੱਡ ਹੁੰਦਾ ਇਹਨੂੰ ਕਹਿੰਦੇ ਨੇ ਜਨਰਲ ਸੈਕਟਰੀ ਜਾਂ ਸੈਕਟਰੀ ਜਨਰਲ। ਠੀਕ ਹੈ, ਇਹਦੇ ਉੱਪਰ ਕੁਐਸਚਨ ਆਉਂਦਾ ਹੁੰਦਾ, ਆਪਾਂ ਦੇਖਦੇ ਹਾਂ ਕੀ ਹੈ। ਕਹਿੰਦਾ ਜੀ ਹੇਗ, ਨੀਦਰਲੈਂਡ ਨੂੰ ਪਹਿਲਾਂ ਹੋਲੈਂਡ ਵੀ ਕਹਿੰਦੇ ਸੀ। ਨੀਦਰਲੈਂਡ ਦੇ ਵਿੱਚ ਇੱਕ ਜਗ੍ਹਾ ਹੈਗੀ ਹੇਗ ਦੇ ਵਿੱਚ ਇਹਨਾਂ 'ਚੋਂ ਕਿਹੜੀ ਚੀਜ਼ ਦੇ ਹੈੱਡਕੁਆਟਰ ਨੇ? ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਸੁਪਰੀਮ ਕੋਰਟ, ਹਾਈ ਕੋਰਟ ਬਾਰੇ ਪੜ੍ਹ ਲਿਆ ਆਪਾਂ ਨੇ। ਉਵੇਂ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਕੋਰਟ ਪਤਾ ਕਿਹੜੀ ਹੈ? ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਅੰਤਰਰਾਸ਼ਟਰੀ ਨਿਆਇਆਲय। ਠੀਕ ਹੈ ਨਾ, ਉਹਦੇ ਹੈੱਡਕੁਆਟਰ ਕਿੱਥੇ ਨੇ? ਹੇਗ ਦੇ ਵਿੱਚ। ਹੇਗ ਕਿੱਥੇ ਹੈ? ਨੀਦਰਲੈਂਡ 'ਚ। ਨੀਦਰਲੈਂਡ ਦੀ ਕੈਪੀਟਲ ਨਹੀਂ ਹੈਗੀ, ਉੱਥੇ ਇੱਕ ਜਗ੍ਹਾ ਹੈ, ਉੱਥੇ ਦੀ ਕੈਪੀਟਲ ਹੈਗੀ ਐਮਸਟਰਡੈਮ। ਠੀਕ ਹੈ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਵੈਸੇ ਹੀ ਬਾਕੀ ਕੰਪੀਟੀਟਿਵ ਐਗਜ਼ਾਮਸ। ਕਹਿੰਦਾ ਇੱਕ ਸਿਕਿਉਰਿਟੀ ਕਾਉਂਸਲ ਹੈ, ਸੁਰੱਖਿਆ ਪਰਿਸ਼ਦ ਹੈ, UNO ਦੀ ਇੱਕ ਸੁਰੱਖਿਆ ਪਰਿਸ਼ਦ ਹੈ, ਉਹਦੇ ਕਿੰਨੇ ਮੈਂਬਰ ਨੇ? 15 ਬਿਲਕੁਲ, ਪਰ ਉਹਨੇ ਅਸਥਾਈ ਪੁੱਛਿਆ ਤਾਂ ਆਪਾਂ ਕੀ ਕਵਾਂਗੇ? 10। ਇਹ ਕਹਿੰਦਾ ਸੁਰੱਖਿਆ ਪਰਿਸ਼ਦ ਹੈ, ਸੰਯੁਕਤ ਰਾਜ ਦੀ ਸੁਰੱਖਿਆ ਪਰਿਸ਼ਦ ਹੈ, ਉਹਦੇ ਟੋਟਲ ਕਿੰਨੇ ਮੈਂਬਰ ਨੇ ਜੀ? 15 ਮੈਂਬਰ ਨੇ। ਉਹ 'ਚੋਂ 5 ਤਾਂ ਹੈਗੇ ਨੇ ਸਥਾਈ, ਜਿਹੜੇ ਹਮੇਸ਼ਾ ਇਹੀ ਰਹਿੰਦੇ ਨੇ, ਇਹੀ ਨੇ ਸ਼ੁਰੂ ਤੋਂ। ਆਉਣ ਵਾਲੇ ਟਾਈਮ 'ਚ ਵੀ ਉਮੀਦ ਤਾਂ ਹੈ ਵੀ ਇਹੀ ਰਹਿਣਗੇ, ਕਿਉਂਕਿ ਹੋਰ ਕਿਸੇ ਨੂੰ ਅੰਦਰ ਆਉਣ ਨਹੀਂ ਦਿੰਦੇ ਉਹ। ਅਤੇ 10 ਮੈਂਬਰ ਹਰੇਕ 2-2 ਸਾਲ ਬਾਅਦ ਜਿਹੜਾ ਹੈਗਾ ਇਹ ਚੇਂਜ ਹੁੰਦੇ ਰਹਿੰਦੇ ਨੇ। ਹੁਣ 5 ਮੈਂਬਰ ਕਿਹੜੇ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ, ਮੈਂ ਵੀਡੀਓ 'ਚ ਦੱਸਤਾ, ਘਰੇ ਆ ਕੇ ਪੜ੍ਹ ਲਿਓ। ਤਾਂ ਨਾਨ ਪਰਮਾਨੈਂਟ ਮੈਂਬਰਾਂ ਦਾ ਕਿੰਨਾ ਕਾਲ ਹੁੰਦਾ? ਨਾਨ ਪਰਮਾਨੈਂਟ ਮੈਂਬਰ ਜਿਹੜੇ ਹੁੰਦੇ ਨੇ ਇਹਨਾਂ ਦਾ ਕਾਲ ਹੁੰਦਾ 2 ਸਾਲ। ਬਈ ਇੱਕ ਨਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਆਪਾਂ ਹੁਣੇ ਪੜ੍ਹਿਆ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਿਹਦੇ ਹੈੱਡਕੁਆਟਰ ਕਿੱਥੇ ਨੇ? ਹੇਗ ਦੇ ਵਿੱਚ, ਹੈ ਨਾ। ਇਹਦੇ ਵਿੱਚ ਟੋਟਲ ਕਿੰਨੇ ਜੱਜ ਹੁੰਦੇ ਨੇ ਜੀ? 15 ਜੱਜ ਹੁੰਦੇ ਨੇ। ਹਰੇਕ ਜੱਜ ਕਿੰਨੇ ਸਾਲ ਵਾਸਤੇ ਰਹਿੰਦਾ? 9 ਸਾਲ ਵਾਸਤੇ ਜੱਜ ਰਹਿੰਦਾ। ਇੰਡੀਆ ਦੇ 4 ਬੰਦੇ ਹੁਣ ਤੱਕ ਇਹ 'ਚ ਜੱਜ ਬਣ ਚੁੱਕੇ, ਹੁਣ ਵੀ ਹੈਗੇ ਨੇ, ਇਸ ਟਾਈਮ ਵੀ ਹੈਗੇ ਨੇ। ਕੌਣ ਨੇ ਦੱਸਿਓ? ਦਲਵੀਰ ਭੰਡਾਰੀ। ਠੀਕ ਹੈ ਨਾ, ਦਲਵੀਰ ਭੰਡਾਰੀ ਸੀ ਸਭ ਤੋਂ ਪਹਿਲਾਂ। MN ਰਾਓ ਨੇ, BN ਰਾਓ। BN ਰਾਓ ਯਾਦ ਹੈ? ਸੰਵਿਧਾਨਿਕ ਸਭਾ ਦਾ ਸਲਾਹਕਾਰ, ਉਹ ਵੀ ਰਹਿ ਚੁੱਕੇ ਨੇ। ਚਲੋ ਕੋਈ ਗੱਲ ਨਹੀਂ। ਆ ਦੇਖੋ, ਕਹਿੰਦਾ ਜੀ ਜਿਹੜੀਆਂ ਬਾਕੀ ਏਜੰਸੀਆਂ ਨੇ, ਜਿੱਦਾਂ ਤੁਸੀਂ ਪੜ੍ਹਿਆ ਨਾ WHO, ਲੇਬਰ ਆਰਗੇਨਾਈਜੇਸ਼ਨ, ਉਹ ਸਾਰੀਆਂ ਸੰਸਥਾਵਾਂ ਇਹਦੇ ਅੰਡਰ ਆਉਂਦੀਆਂ ਨੇ। ਜਦੋਂ ਵੀਡੀਓ ਦੇਖੋਗੇ ਤਾਂ ਕਲੀਅਰ ਹੋ ਜਾਊਗਾ। ਅੱਜ ਤੁਸੀਂ ਦੇਖ ਕੇ ਨਹੀਂ ਆਏ ਵੀਡੀਓ, ਮੈਨੂੰ ਉਮੀਦ ਸੀ ਦੇਖ ਕੇ ਆਉਂਗੇ, ਨਹੀਂ ਤਾਂ ਫਿਰ ਕਲੀਅਰ ਹੋ ਜਾਂਦਾ। UNO ਕਦੋਂ ਬਣੀ? UNO ਕਦੋਂ ਬਣੀ? 1945 ਅਕਤੂਬਰ। ਬਸ ਬਹੁਤ ਹੁਣ ਇਹ ਤੋਂ ਜ਼ਿਆਦਾ ਕੁਐਸਚਨ ਮੈਂ ਨਹੀਂ ਕਰਾਂਦਾ, ਕਿਉਂਕਿ ਫਿਰ ਕੀ ਹੋਊਗਾ ਨਾ, ਹੁਣ ਤੁਸੀਂ ਨਾ ਅੱਗੇ ਹੁਣ ਅੱਛੀ ਤਰ੍ਹਾਂ ਪੜ੍ਹ ਕੇ ਆਏ ਹੋ ਉਸ ਟੌਪਿਕ ਨੂੰ। ਸਰ ਪੜ੍ਹ ਕੇ ਕੁਐਸਚਨ ਕਰਨ ਦਾ ਫਾਇਦਾ। ਹਾਂ, ਪੜ੍ਹ ਕੇ ਪੜ੍ਹਨ ਦਾ ਫਾਇਦਾ। ਅਸਲ 'ਚ ਅੱਜ ਦਾ ਟੌਪਿਕ ਵੀ ਪਿਛਲੇ ਟੌਪਿਕ ਨਾਲ ਜੁੜਿਆ ਹੋਇਆ ਸੀਗਾ, ਪਰ ਕੋਈ ਗੱਲ ਨਹੀਂ, ਸਮਝ ਆ ਜਾਊਗਾ। ਤੁਸੀਂ ਬਈ ਵੀਡੀਓ ਦੁਬਾਰਾ ਦੇਖ ਲਿਓ। ਹੁਣ ਦੇਖੋ, ਮੈਂ ਵੀਡੀਓ ਦੇ ਵਿੱਚ ਇਹ ਵੀ ਦੱਸਿਆ, ਹੁਣੇ ਦੱਸਿਆ ਮੈਂ ਤੁਹਾਨੂੰ ਵੀ ਸੰਯੁਕਤ ਰਾਜ ਬਾਰੇ ਪੜ੍ਹ ਰਹੇ ਆਪਾਂ। ਸੰਯੁਕਤ ਰਾਜ ਨੂੰ ਇੰਗਲਿਸ਼ ਕਹਿੰਦੇ ਯੂਨਾਈਟਿਡ ਨੇਸ਼ਨਸ। ਇਹ 'ਚ ਇਹਦੇ 5 ਅੰਗ ਨੇ, ਉਹਨਾਂ 'ਚੋਂ ਮੈਂ ਇੱਕ ਅੰਗ ਦੀ ਗੱਲ ਕਰ ਰਿਹਾ ਜਿਹਦਾ ਨਾਂ ਹੈਗਾ ਜੀ ਸੁਰੱਖਿਆ ਪਰਿਸ਼ਦ। ਉਹ ਸਭ ਤੋਂ ਮਹੱਤਵਪੂਰਨ ਅੰਗ ਹੈ। ਉਹਨੂੰ ਕੀ ਕਹਿੰਦੇ ਆ? ਉਹ ਪੂਰੀ ਯੂਨਾਈਟਿਡ ਨੇਸ਼ਨ ਦਾ ਮਾਈ ਬਾਪ ਹੈ, ਕਿਉਂਕਿ 5 ਮੈਂਬਰ ਤਾਂ ਉਹਦੇ 'ਚ ਫਿਕਸ ਨੇ, ਉਹਨਾਂ ਨੂੰ ਕੋਈ ਹਟਾ ਨਹੀਂ ਸਕਦਾ। ਕੋਈ ਜਨਰਲ ਅਸੈਂਬਲੀ ਵੀ ਨਹੀਂ ਹਟਾ ਸਕਦੀ, ਕੋਈ ਨਹੀਂ ਹਟਾ ਸਕਦਾ, ਜਿੰਨਾ ਮਰਜ਼ੀ ਜ਼ੋਰ ਲਾ ਲਓ।
वो 5 मैंबर वो ने ਜਿਹੜੇ दूसरे विश्व युद्ध ਦੇ ਵਿੱਚ ਜਿੱਤੇ ਸੀ। ਤਾਂ ਮਾਈ ਬਾਪ ਹੋ ਗਏ, ਜਿਹਨੂੰ ਹਟਾ ਹੀ ਨਹੀਂ ਸਕਦਾ ਤਾਂ ਮਾਈ ਬਾਪ ਹੋ ਗਿਆ। ਉਹ 5 ਮੈਂਬਰ ਕਿਹੜੇ ਨੇ? USA, UK, फ्रांस, चाइना, रशिया। ये जो क्वेश्चन आना लाजमी बनता है मास्टर कैट के पेपर च। जिन्नियां गल्लां मैं हुण बोलियां ना उस वीडियो ते इस वीडियो मिला के मेरी गारंटी है तुहानूं 1 या 2 क्वेश्चन तो पक्का मिलणगे, गारंटी है। क्योंकि चीज़ां इहो जिहियां ने, मतलब आना चाहिए है, गारंटी इन द सेंस भी कोई ये भी नहीं होंदा, पर आना चाहिए क्वेश्चन, ठीक है ना। कितने ना आवे तुसीं मेरे ते केस कर दो भाई वीडियो बन रही है, ठीक है कि नहीं। चलो गारंटी नहीं है पर पूरी उम्मीद है, ठीक है जी। क्वेश्चन घुमा फिर आगे कितना मर्जी पूछा जा सकता, पर जो उन्होंने सिलेबस मैंशन करता फिर तो वी आर बाउंड टू स्टडी, ठीक है जी। चलो हुण असीं गल करते हैं, आ सिक्योरिटी काउंसल है जिहदे च 5 मैंबर ने, होर मैंबर भी चाहुंदे ने इह च बनना, मैंबर बनना। हर देश चाहूगा भी सानूं मैंबर बनाओ, क्योंकि इह च शक्तियां इन्नियां ने इहदे कोले। यह संस्था आ जिहड़ी परिषद है ये डिसाइड कर सकती है कि इन्हां ने किसी जगह पर लड़ाई लाउणी है या शांति कायम करनी है। इन्हां दे हत्थ च दुनिया जिस टाइम लड़ाई लगूगी कि नहीं लगूगी इन्हां दे हत्थ च, बस देख लो, ठीक है जी। इंडिया कहता जी, इंडिया या होर जिहड़े मुल्क ने वो कहते भी देखो इदां जी सर, आ फ्रांस, UK, रशिया, कहते जी साडी अज की डेट च साडी जो सिचुएशन है इन्हां तो काफ़ी बैटर है जी। ये किस चीज़ ने जी इंडिया देखी जो इंडिया की आप गल करिए पूरी दुनिया की जो आप GDP देखने लग जाइए ना, GDP को कैलकुलेट करने भी कई तरीके होंगे। मैं GDP PPP की गल कर रहा, तो सब तो पहला चाइना आता, फिर USA आता, फिर इंडिया आता, फिर हक तो बनता इंडिया का। हाँ मुल्क भी सारे इन्हों की भी वधिया चढ़ाई है, तो फिर यदा मतलब तो यही है भी आ जो मुल्क ने किते ना किते इन्हों भी ये मैंबर बनना चाहिए परमानेंट। यार हुण देखो जी गल पुरानी हो गई तो होगी, निबड़ गई, तो हुण आने वाले टाइम की है, पर ये बन नहीं देंगे। फिर इन्होंने 4 देशों ने मिलकर ना एक ग्रुप बनाया हुआ, कहते G4। ये ग्रुप ने जो डिमांड करते हैं भी सानू सुरक्षा परिषद का स्थाई मैंबर बनाया जाए, क्वेश्चन आ सकता, ठीक है जी। सर GDP का रैंक इंडिया 7 देखो GDP को कैलकुलेट करने के कई तरीके होंगे ने। फिलहाल जो मैं तुहानूं तरीका दस्सिया GDP, मैं तुहानूं GDP ऑन द बेसिस ऑफ PPP दस रहा, परचेजिंग पावर पैरिटी। इन्हों हुण पढ़ियो कर जाकर डिटेल च। एक होंगे नॉमिनल GDP, वो बेस पर असीं पिछे आने, असीं 6वें नंबर पर आने, 7वें तो नहीं है, 6वें ते चैक करियो दोबारा, मेरे हिसाब नाल 6वें नंबर पर। हाँ वो अजकल के हिसाब नाल देखियो ना, हाँ तुसीं UK उपर लिखा इंडिया तो, UK नीचे आऊगा इंडिया तो। UK को असीं थोड़े टाइम पहला पिछे करता से, ठीक है। चलो सो ये 4 मुल्क कौन ने जी जो डिमांड करते हैं? वो तुसीं नॉमिनल के बेस पर दस रहे हो, PPP के बेस पर नहीं लिखा, लिखना चाहिए, तुसीं इकनॉमिक्स स्टूडेंट हो, ठीक है। हुण अगे तो ध्यान रखियो, तां मैं स्पैशल मैंशन किया ना, क्योंकि मैं तो PPP के बेस पर दसूँगा, क्योंकि इंडिया 3रे नंबर पर आता, वो बैटर ही दसांगे ना। अच्छा हुण थोड़े हिसाब नाल बनना चाहिए इंडिया का मैंबर परमानेंट, बनना चाहिए है ना। इंडियन होने के नाते तो असीं कहांगे हाँ जी बनाओ जी, सानू भी बनाओ, क्यों नहीं बनाते। ब्राज़ील, जापान तो जर्मनी भी कहते सानू बनाओ। एक कॉफ़ी क्लब बनया हुआ है जी, कॉफ़ी क्लब बनया हुआ है, ये वो क्लब है जिस कुछ मैंबर ने, देखो एक तो है इटली, पाकिस्तान, मैक्सीको, इजिप्ट। ये पता की कहते हैं, कहते इन्होंने 4 ना बनाओ, इटली, पाकिस्तान, चलो पाकिस्तान साडे करके कहता, इटली जर्मनी करके कहता, ठीक है ना, ब्राज़ील तो होर किहड़ा सी मुल्क, जापान, ठीक है ना। सो ये मुल्क कहते चाहते नहीं भी असीं ना बनीए, एम्स टू काउंटर G4, गल समझ आई आ चीज़। कॉफ़ी क्लब बस ये सन 1990 बनया सी, तो 1995 इसका नाम कॉफ़ी क्लब रख दिता गया सी, ठीक है जी। बई G4 स्थाई मैंबर ना बनन कादे, सुरक्षा परिषद दे, बस। चलो
अंतरराष्ट्रीय संगठनों की गल कर रहे हैं, यूएनओ हो चुके जी, यूनाइटेड नेशंस बारे आप करा चुके हैं, वीडियो पा चुके हैं, क्वेश्चनस भी डिस्कस किए हैं कुछ, एक अद्धी वीडियो आप होर कर लाँगे, उपर टेंशन ना लो, जी होर ये एसोसीएटेड संस्थावां ने उन्होंने पढ़ लाँगे। अज आप इन्होंने 3 संस्थावां बारे पढ़ना, सार्क, बिमस्टेक अते एसीआन। ठीक है जी, तो सब तो पहले तो शुरू करते हैं सार्क। हुण सार्क की फुल फॉर्म की है जी? साउथ एशियन एसोसीएशन ऑफ रीजनल कोऑपरेशन। ठीक है ना। हुण ये संस्था क्यों जी संस्था है? सन 1981 दी गल्लां ने, जो बांग्लादेश, भूटान, इंडिया, मालदीव्स, नेपाल, पाकिस्तान ते श्रीलंका 7 मुल्क इकट्ठे होके इन्हां ने एक मतलब कि एक मीटिंग की। ये कहते भी सानू ना इकट्ठे होना चाहिए, क्योंकि देश किहड़े ने, देखो इंडिया दे नाल पाकिस्तान लगदा है ना, इंडिया दे नाल भूटान ते बांग्लादेश भी लगदा, इंडिया दे नाल नेपाल भी लगदा, अते इंडिया दे नाल मालदीव्स ते श्रीलंका भी नेड़े नेड़े ने, कोई बहुत दूर नहीं हैगी, गुआंढी ने। ठीक है जी। हुण ये जिहड़े मैंबर ने ये कोलंबो च मिले। कोलंबो कित्थे है जी? श्रीलंका च है। ठीक है, कोलंबो नाम दी जगह श्रीलंका च उत्थे मिले, अते बाद दे विच इन्हां ने उत्थे मतलब इस संस्था की स्थापना करती, सार्क की स्थापना करती, अते 8 दिसंबर 1985 नूं जिहड़ा नाम है ऑफिशियली इन्होंने रखता सार्क, अते सन 2005 च जिहड़ा है अफगानिस्तान भी दा मैंबर बन गया। अज की डेट च सार्क के टोटल कितने मैंबर ने जी? 8 मैंबर ने। ठीक है जी। सार्क के हैडकुआटर काठमांडू च ने जी, नेपाल की राजधानी काठमांडू। ठीक है जी। हुण आपां देखदे भी सार्क बनी क्यों। पहला तो देश देख लो, सारे देश ने देखो, दिख रहे हैं सारे तुहानूं। एक क्वेश्चन आ जाता है भी इन्हां विचों किहड़ा देश सार्क का मैंबर नहीं हैगा। उत्थे म्यांमार दिता हुंदा ऑप्शन च, म्यांमार उरले पासे है, देखो म्यांमार नहीं हैगा, मालदीव्स है। इहनूं याद रखने का तरीका दसां मैं, शार्क हुंदे ने कि शार्क पानी च ना, जे शार्क ने मान लो किसी ने वढ़ लिया तो उन्हें पेन होगी ना, होगी कि नहीं? तो फिर वो किहदे कोल जाऊगा जो पेन होंदे, बंदा किहदे कोल जांदा? डॉक्टर की क्वालिफिकेशन की होंदी है? देखो फिर पी तो ए तो अफगानिस्तान, आई तो इंडिया, एन तो नेपाल। इन्हें अफगानिस्तान नहीं लिखे थे, अफगानिस्तान। ठीक है। अफगानिस्तान ने बाद ज्वाइन किया ना सन 2005। ठीक है। एम तो मालदीव्स, बी तो एस तो याद हो गया। 8 मैंबर ने शार्क। हुण तुहानूं पता होना चाहिए भी यूएनओ के कितने मैंबर ने? 193। संयुक्त राष्ट्र के 193 मैंबर ने ना, वो पिछली वीडियो में पढ़ के क्लीयर हो जाऊगा। तो लेटेस्ट मैंबर कौन सी? साउथ सुडान, दक्षिणी सुडान से वह लेटेस्ट मैंबर हो। जो पढ़ोगे तो क्लीयर हो जाऊगा। यदा लेटेस्ट मैंबर अफगानिस्तान है कि नहीं है? हुण पढ़ते भी सार्क के सिद्धांत की ने, क्यों बनाई गई सार्क? सुनो, कहता जी आपसी प्रभुसत्ता, एकता, राजनीतिक स्वतंत्रता आदि बना के रखना। भाई गवांढी देश ने ना, प्रेम प्यार तो होना चाहिए। दूजी गल, इन्हां सारे खेतरों से तरक्की करनी, तरक्की होगी, पैसा आऊगा तो ही तो खुश रवांगे। मैं बहुत घट खेतर लिखे ने, पर होर भी बहुत खेतर ने, बस एवं समझ लो गल। जीवन का स्तर बढ़ाना जी, ये तो सारिया संस्थावां का ही मेन मुद्दा होंदा। यूएनओ का भी तो यही सी, संयुक्त राष्ट्र का भी तो यही मुद्दा सी। अंतरराष्ट्रीय मुद्दों पर आपसी एकता। कल नूं जो बाहरला बंदा आके कुछ बोलूगा तो आप इकट्ठे हो जाएंगे, यस और नो? पर इदा है जो आप बैठांगे ना सारे सार्क के मैंबर, MBBS पेन है ना, आपसी झगड़े लड़न लग जाओ एक दूजे नाल, भी तैं मैनूं ऐ करता, मैं तैनूं ऐ करता।
ना ये काम नहीं चलना। सार्क च पहला लिखा हुआ है, गल समझ आई। हाँ चीज़ 1985 संस्था बन गई सी, अफगानिस्तान बाद च आया, मैं तुम दस चुकिया। हैडकुआटर काठमांडू ने, पहला मैंबर 7 सी, बाद 2005 8 मैंबर अफगानिस्तान बन गया। क्लीयर होगी गल। वैसे ज़्यादातर तो संभावना ये होनी चाहिए क्वेश्चन होने की, पर अगे चलते हैं। हुण तक समझ आ गया जी। हुण इत्थे लैंगुएज की कोई प्रॉब्लम तो नहीं, जिहड़ी चीज़ पंजाबी लिखी जा सकती सी मैं लिखी है, जिहड़ी चीज़ पंजाबी लिख नहीं सकते सगों ज़्यादा एफर्ट हो जाऊगा, फिर मैं छड्ड देनी इंग्लिश चलो। ठीक है जी। मुख अंग, जिवें यूनाइटेड नेशन के भी मुख अंग पढ़े से अपने, ये भी ने जी। एक तो सब तो पहला राजनीतिक मुखिया की बैठक। राजनीतिक मुखी कौन है साडे देश का? साडे देश का पोलीटिकल लीडर सब तो बड़ा कौन है मित्रों? वही है। उन्होंने भी मित्रों आते होंगे, साडा भी मित्रों जाता। ठीक है। अच्छा, तो बाद विदेश मंत्रियों की कमेटी, विदेश मंत्री मिलते हैं आपस में बह के, बस 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 वो मर्जी होंगी है। देखो साडे देश प्रधानमंत्री स्ट्रोंग है, की पता किसी होर देश राष्ट्रपति स्ट्रोंग होंदा होवे, फिर अपने राष्ट्रपति भेज देंगे, उन्होंने इच्छा है, सानू कोई प्रॉब्लम नहीं। बाबी जिन्हों तुम मानते हो भी सब तो बड़ा लीडर उन्होंने भेज दो। विदेश मंत्रियों की कमेटी होंगी है एक, विदेश मंत्री आर्थिक नीतियां निर्धारित करेंगे। ਇਹਦਾ सैक्रटेरीएट आप हैडकुआटर तो काठमांडू च ही ने ना, नेपाल की राजधानी, बस फिर उही है सैक्रटेरीएट भी उत्थे ही है। सन 1987 बनया, 85 तो संस्था बनी गई सी। 2 साल बाद मीटिंग होंगी इन्हों की। एक गल का ध्यान रखियो, एक यही जी संस्था जिस इंडिया भी है तो पाकिस्तान भी है। ऐ हो सकता भी इंडिया भी हो पाकिस्तान भी हो, कोई पंगा ना पवे, क्या हो सकता हुण देखियो फिर। ठीक है जी। तो अल्फाबैटिकल ऑर्डर च जिमें जिमें नाम हैगे ने, पहला सब तो पहला ए तो अफगानिस्तान, फिर बी तो है ना बांग्लादेश, फिर भूटान, इदा चलूगा काम। अल्फाबैटिक ऑर्डर च बैठक होंगी हर एक 2-2 साल बाद। ठीक है जी। चलो हुण देखते हैं बैठक कदों हुई। अच्छा, सार्क के 8 मैंबर ने, आप पढ़ लिया। 9 देश यह ਜਿਹੇ ਜਿਹੜੇ अपने आप को ऑब्जर्वर कहते हैं भी असी भी थोनों ऑब्जर्व कर रहे हैं, जी पॉजिटिव गल्लां होणगीਆਂ थोड़े तो ले लांगे। आह 9 देश ने, आस्ट्रेलिया, चाइना, यूरोपीयन यूनीयन, ईरान, जापान, कोरिया, मॉरीशियस, म्यांमार और USA। यह भी साडे नाल असिद्धे तौर पर जुड़े हुए हैं, पर थोनों जो क्वेश्चन पूछूगा तो उस पूछूगा, बाकी पुछण ये भी पूछ सकता, कोई बड़ी गल नहीं। आप एक बार जस्ट हाँ मतलब वो कहूँगा ऑब्जर्वर कौन है, ऑब्जर्वर की ड्यूटी नहीं लगती। ठीक है जी, वो कोई दिक्कत नहीं, वो तो हुण हरेक संस्था का ऑब्जर्वर होंदा ही होंदा कोई ना कोई। ठीक है जी। तो सार्क के 8 मैंबर याद रखियो, MBBS पेन, बाकी तो कोई गल नहीं। हुण तक दियां सारियां मीटिंगां हो चुकियां ने सार्क दियां, कोई याद करने की लोड़ नहीं, किते याद करन पै जाओ इन्हां नूं। ठीक है ना, कोई लोड़ नहीं याद करने की। सब तो पहली मीटिंग ढाका च हुई सी, मैं तुहानूं दस चुकिया गल पहले ही। अच्छा, उस तो बाद हुण जिहड़ी लेटैसट मीटिंग तुसीं देखो, सन 2014 च पहले 18वीं मीटिंग हुई काठमांडू च। जिहड़े देश च इहदी मीटिंग हुंदी है ना, उस देश का जिहड़ा हैड हुंदा, जिवें प्राइम मिनिस्टर हुंदा या उन्हां दा मेन लीडर हुंदा, उस नूं सार्क दा फिर चेयरमैन बना दिंदे ने उस समय लई, जब तक अगली मीटिंग नहीं हुंदी, अगले उहदे ते पावर नहीं जाती। ठीक है। तो कहण दा भाव काठमांडू च मीटिंग हुई, हुण अगली मीटिंग सन 2016 च होनी सी, सन 2016 च होनी सी पाकिस्तान च। पर तुहानूं पता उन्हां दिनां साडे देश अटैक हो गया सीगा, उरी अटैक, है ना, काफ़ी जवान शहीद हो गए सी, वो पाकिस्तान के काफ़ी सोल्जर आके इत्थे मार के चले गए सी, शहीद कर गए सी, है ना। तो वो करके फिर असी इंडिया ने पाकिस्तान के जी सार्क की मीटिंग उन्होंने बाइकआउट करता भी असी नहीं आते। देखो सानू इन्ना नुकसान उन्होंने करता साडा, तो फिर साडा उत्थे जाना कोई चंगा नहीं लगता, इस करके मोदी जी ने उन्होंने कैंसल करता सी भी असी नहीं आते, तो सानू देख के बाकी सारे मैंबरों ने बाइकआउट करता सी पाकिस्तान का। ठीक है जी। सिर्फ एक देश को छड्ड के, मालदीव्स को छड्ड के, पर मालदीव्स ने भी बाद बाइकआउट करता। सो कुल मिला के उदों का वो पंगा उत्थे ही लटकिया होया। ठीक है ना, उदों का वो पंगा उत्थे ही लटकिया होया। मैं थोड़े दसदा बई हुण तक इस टाइम सार्क की जी चेयरमैनशिप है वो काठमांडू के हत्थ च ही है, मतलब नेपाल वालों को ही है, क्योंकि अगली मीटिंग होगी तो देंगे ना। फिलहाल उस तो बाद मीटिंग हुई नहीं सार्क की जी होनी चाहिए सी, हुण तो 2 बारी हो जाती है ना, 2-2 साल के हिसाब नाल देखिए, 14 बाद 16, 16 बाद 18, हुण तीसरी बार भी हो जानी सी, पर वो काम लटक गया। ठीक है जी, घबराने की कोई गल नहीं, अगे चलते हैं।
ਹੁਣ ਹੋਰ ਕਈ ਚੀਜ਼ਾਂ ਨੇ ਜਿਹੜੀ ਸਾਡੀ ਸਾਰਕ ਨਾਮ ਦੀ ਸੰਸਥਾ ਹੈ ਨਾ, ਇਹਨਾਂ ਨੇ ਇੱਕ ਖਾਸ ਤਰ੍ਹਾਂ ਦਾ ਆਰਥਿਕ ਸਮਝੌਤਾ ਕੀਤਾ ਹੋਇਆ ਆਪਸ 'ਚ, ਜਿਹਨੂੰ ਕਹਿੰਦੇ ਨੇ ਸਾਫਟਾ, ਸਾਊਥ ਏਸ਼ੀਅਨ ਫ੍ਰੀ ਟ੍ਰੇਡ ਐਗਰੀਮੈਂਟ। ਫ੍ਰੀ ਟ੍ਰੇਡ ਬਈ ਅਸੀਂ ਆਪਸ ਦੇ ਵਿੱਚ ਜਿਹੜਾ ਵਪਾਰ ਕਰਾਂਗੇ ਉਹਦੇ ਉੱਪਰ ਕੋਈ ਆਪਾਂ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਲਾਵਾਂਗੇ, ਜੇ ਲਾਵਾਂਗੇ ਤਾਂ ਘੱਟ ਤੋਂ ਘੱਟ ਲਾਵਾਂਗੇ, ਜਿਹੜੇ ਟੈਕਸ ਲੱਗੇ ਹੋਏ ਨੇ ਉਹ ਘਟਾਵਾਂਗੇ। ਟੈਕਸ ਲੱਗਦਾ ਨਾ, ਕਸਟਮ ਡਿਊਟੀ ਲੱਗਦੀ ਹੈ ਨਾ ਜਦੋਂ ਮੰਨ ਲਓ ਤੁਸੀਂ ਇੱਕ ਦੇਸ਼ ਤੋਂ ਦੂਜੇ ਦੇਸ਼ ਸਮਾਨ ਲੈ ਕੇ ਜਾਂਦੇ ਹੋ, ਪਰ ਇੱਦਾਂ ਨਹੀਂ ਹੋਣਾ ਚਾਹੀਦਾ ਨਾ, ਤਾਂ ਕਿ ਆਮ ਲੋਕ ਆ ਜਾ ਸਕਣ, ਸਮਾਨ ਇੱਧਰ ਉੱਧਰ ਜਾਵੇ, ਪ੍ਰਫੁੱਲਿਤ ਹੋਣ ਸਾਰੇ ਦੇਸ਼ ਨਾ। ਤਾਂ ਸਾਫਟਾ ਦੀ ਫੁੱਲ ਫਾਰਮ ਤੁਸੀਂ ਯਾਦ ਰੱਖਣੀ ਹੈ, ਅਤੇ ਕਿਹੜੀ ਸੰਸਥਾ ਨਾਲ ਜੁੜਿਆ ਹੋਇਆ? ਸਾਰਕ ਨਾਲ। ਠੀਕ ਹੈ ਜੀ। ਉਹ ਤੋਂ ਬਾਅਦ ਇੱਕ ਨਾ ਸਾਰਕ ਆਰਬਿਟਰੇਸ਼ਨ ਸੈਂਟਰ ਹੈ। ਆਰਬਿਟਰੇਸ਼ਨ ਦਾ ਮਤਲਬ ਹੁੰਦਾ ਝਗੜਿਆਂ ਨੂੰ ਸੁਲਝਾਉਣਾ, ਵੀ ਜੇ ਕੋਈ ਝਗੜੇ ਹੋ ਜਾਣਾ ਉਹਨੂੰ ਸੁਲਝਾਉਣ ਵਾਸਤੇ। ਉਹ ਕਿੱਥੇ ਸੈਂਟਰ ਹੈ ਜੀ? ਪਾਕਿਸਤਾਨ 'ਚ, ਸੰਨ 2007 'ਚ ਬਣਿਆ। ਸਾਫਟਾ ਕਿਹੜੇ ਸੰਨ 'ਚ ਆਇਆ? ਸੰਨ 2004 'ਚ, ਠੀਕ ਹੈ ਨਾ, ਸਾਊਥ ਏਸ਼ੀਅਨ ਫ੍ਰੀ ਟ੍ਰੇਡ ਐਗਰੀਮੈਂਟ। ਅੱਛਾ, ਉਹ ਤੋਂ ਬਾਅਦ 2007 'ਚ ਇੱਕ ਚੀਜ਼ ਹੋਰ ਬਣੀ, ਸਾਊਥ ਏਸ਼ੀਅਨ ਯੂਨੀਵਰਸਿਟੀ, ਇਹਨੂੰ ਸਾਰਕ ਯੂਨੀਵਰਸਿਟੀ ਵੀ ਕਹਿੰਦੇ ਨੇ, ਜਿਹੜੀ ਕਿੱਥੇ ਹੈ ਜੀ? ਦਿੱਲੀ 'ਚ ਹੈ। ਤੁਸੀਂ ਇੱਥੇ ਜਾ ਕੇ ਗ੍ਰੈਜੂਏਸ਼ਨ ਕਰ ਸਕਦੇ ਹੋ, ਕੋਈ ਖਾਸ ਗੱਲ ਨਹੀਂ, ਪਰ ਐ ਵੀ ਇਹਦੀ ਗ੍ਰੈਜੂਏਸ਼ਨ ਸਾਰੇ ਦੇਸ਼ਾਂ 'ਚ ਲਾਗੂ ਹੁੰਦੀ ਹੈ। ਮਾਨੇ ਜਿਹੜੇ ਸਾਰਕ ਦੇ ਦੇਸ਼ ਨੇ, 8 ਦੇਸ਼ ਐਪਲੀਕੇਬਲ ਹੈ। ਇੱਕ ਸਾਊਥ ਏਸ਼ੀਅਨ ਰੀਜਨਲ ਸਟੈਂਡਰਡ ਆਰਗੇਨਾਈਜੇਸ਼ਨ ਹੈ, ਜਿਹਦੇ ਹੈਡਕੁਆਟਰ ਢਾਕਾ 'ਚ ਨੇ। ਢਾਕਾ ਬੰਗਲਾਦੇਸ਼, ਸਾਰਸੋ। ਹੁਣ ਹੋਰ ਕਈ ਸਾਰੇ ਰੀਜਨਲ ਸੈਂਟਰ ਨੇ, ਇਹਨਾਂ ਦਾ ਨਾਮ ਤੁਹਾਨੂੰ ਯਾਦ ਰੱਖਣਾ ਪਊਗਾ ਜੀ। ਜਿਵੇਂ ਸਭ ਤੋਂ ਪਹਿਲਾਂ ਦੇਖੋ ਕਿਹੜਾ? ਐਗਰੀਕਲਚਰ ਢਾਕਾ। ਬਈ ਐਗਰੀਕਲਚਰ ਦੇ ਨਾਲ ਸੰਬੰਧਿਤ ਜੋ ਵੀ ਮੀਟਿੰਗਾਂ ਵਗੈਰਾ ਹੁੰਦੀਆਂ ਨੇ ਜਾਂ ਇਹਨਾਂ ਦੀ ਰਿਸਰਚ ਵਗੈਰਾ ਹੁੰਦੀ ਰਹਿੰਦੀ ਹੈ, ਕਿਉਂਕਿ ਆਪਾਂ ਹੁਣੇ ਪੜ੍ਹਿਆ ਨਾ ਵੀ ਐਗਰੀਕਲਚਰ, ਸਾਇੰਟੀਫਿਕ ਕਲਚਰ, ਹੋਰ ਕਈ ਨਾ ਤਰ੍ਹਾਂ ਦੇ ਆਪਾਂ ਤਰੱਕੀ ਕਰਨੀ ਹਰੇਕ ਖੇਤਰ 'ਚ। ਉਹ ਤੋਂ ਬਾਅਦ ਜੀ ਮੈਟਰੋਲੋਜੀਕਲ ਢਾਕਾ, ਜਿੱਥੇ ਮੌਸਮ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਟੀਬੀ ਇੱਕ ਬਿਮਾਰੀ ਹੁੰਦੀ ਹੈ ਨਾ, ਫੇਫੜਿਆਂ ਦੀ ਬਿਮਾਰੀ, ਟੀਬੀ, ਟਿਊਬਰਕਲੋਸਿਸ। ਟੀਬੀ ਨਹੀਂ ਹੋ ਜਾਂਦਾ ਲੋਕਾਂ ਨੂੰ? ਟੀਬੀ ਕਾਹਦੇ ਕਰਕੇ ਹੁੰਦਾ? ਬੈਕਟੀਰੀਆ ਕਰਕੇ ਹੁੰਦਾ ਫੇਫੜਿਆਂ 'ਚ। ਅੱਛਾ, ਡਾਕੂਮੈਂਟੇਸ਼ਨ ਸੈਂਟਰ ਹੈ ਦਿੱਲੀ 'ਚ। ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਇਸਲਾਮਾਬਾਦ। ਕੋਸਟਲ ਜ਼ੋਨ ਮਾਲਦੀਵਸ, ਕਿਉਂਕਿ ਸਮੁੰਦਰ ਲੱਗਦਾ, ਉਹ ਟਾਪੂ ਹੈ ਨਾ, ਮਾਲਦੀਵਸ ਦੇ ਟਾਪੂ ਨੇ। ਇਨਫੋਰਮੇਸ਼ਨ ਨੇਪਾਲ। ਐਨਰਜੀ ਪਾਕਿਸਤਾਨ। ਡਿਜ਼ਾਸਟਰ ਮੈਨੇਜਮੈਂਟ ਇੰਡੀਆ। ਫੋਰੈਸਟਰੀ ਭੂਟਾਨ। ਕਲਚਰਲ ਸ਼੍ਰੀਲੰਕਾ। ਇਹ ਹੈਗੇ ਨੇ ਸਾਰਕ ਦੇ ਹੋਰ ਕਈ ਸਾਰੇ ਰੀਜਨਲ ਸੈਂਟਰ। ਹਜੇ ਇੱਕ ਵਾਰੀ ਇੱਦਾਂ ਯਾਦ ਰੱਖ ਲਓ, ਬਾਅਦ 'ਚ ਫਿਰ ਆਪਾਂ ਜਿਹੜਾ ਇਹਨੂੰ ਰੱਟੇ ਮਾਰ ਲਾਂਗੇ ਬਈ, ਕੋਈ ਗੱਲ ਨਹੀਂ, ਇਹ ਤਾਂ ਕਰਨਾ ਹੀ ਪਊਗਾ ਜਦੋਂ ਆਪਾਂ ਡਿਟੇਲ 'ਚ ਪੜ੍ਹ ਰਹੇ ਕਿਸੇ ਸੰਸਥਾ ਨੂੰ। ਇਹੀ ਸੰਸਥਾਵਾਂ ਥੋੜ੍ਹੀਆਂ ਜਿਹੀਆਂ ਵੱਡੀਆਂ ਨੇ, ਉਹ ਤੋਂ ਬਾਅਦ ਤਾਂ ਛੋਟੀ ਛੋਟੀ ਆਪਾਂ ਸਿਰਫ ਉਹਨਾਂ ਦੇ ਹੈਡਕੁਆਟਰ, ਮੀਟਿੰਗਸ, ਹੋਰ ਉਹਨਾਂ ਦੀ ਮਹੱਤਤਾ ਯਾਦ ਕਰਨੀ ਹੈ, ਬਾਕੀ ਕੁਛ ਨਹੀਂ। ਸਾਰਕ ਸੈਟੇਲਾਈਟ, ਅਸੀਂ ਸੰਨ 2017 'ਚ ਨਾ ਮੋਦੀ ਜੀ ਨੇ ਸਾਰਕ ਦੇ ਮੈਂਬਰਾਂ ਵਾਸਤੇ ਇੱਕ ਸੈਟੇਲਾਈਟ ਬਣਾਈ ਹੈ, ਖਾਸ ਕਰ ਵੀ ਜਿਹੜੇ ਸਾਰਕ ਦੇ ਜਿਹੜੇ ਦੇਸ਼ ਨੇ, ਸਾਡੇ 8 ਦੇਸ਼ ਨੇ, ਇਹਨਾਂ 'ਚੋਂ 7 ਵਾਸਤੇ ਬਣਾਈ। ਪਰ ਬਾਹਰ ਕਿਹਨੂੰ ਰੱਖਿਆ? ਠੀਕ ਹੈ ਜੀ। ਤੇ ਵੀ ਆਹ 7 ਦੇਸ਼ਾਂ ਨੂੰ ਅਸੀਂ ਡੈਡੀਕੇਟ ਕਰ ਰਹੇ ਹਾਂ। ਇੰਡੀਆ ਤੋਂ ਇਲਾਵਾ 6 ਹੋਰ ਦੇਸ਼ ਨੇ। ਉੱਥੇ ਜਿਵੇਂ DTH ਨਹੀਂ ਹੁੰਦੀ, DTH, TV2V ਐਂਡ ਆਲ ਦੈਟ ਚੈਨਲ ਵਗੈਰਾ ਚੱਲਿਆ ਕਰਨਗੇ, ਡਾਇਰੈਕਟ ਟੂ ਹੋਮ, ਜਿਵੇਂ ਡਿਸ਼ TV ਵਗੈਰਾ ਹੁੰਦੇ ਨੇ। ਸੋ ਉਹਦੇ ਲਈ ਮੇਨਲੀ ਇਹ ਸੈਟੇਲਾਈਟ ਬਣਾਈ ਗਈ ਸੀ। ਇਹ ਵਰਕਿੰਗ 'ਚ ਹੈ ਹੁਣ ਇਸ ਟਾਈਮ, ਠੀਕ ਹੈ ਨਾ। ਪਾਕਿਸਤਾਨ ਵਿੱਚ ਬਾਹਰ ਰੱਖਿਆ ਗਿਆ। ਇੰਡੀਆ ਨੇ ਬਣਾਈ ਸੀ 2017 'ਚ, ਇਸਰੋ ਨੇ ਬਣਾਈ ਸੀ, ਠੀਕ ਹੈ ਜੀ। ਉਪਗ੍ਰਹਿ ਹੈ। ਸਾਰਕ ਦੀ ਮੀਟਿੰਗ ਮੈਂ ਤੁਹਾਨੂੰ ਦੱਸਦਾ 2016 'ਚ ਹੋਣੀ ਸੀ, ਕਿੱਥੇ? ਪਾਕਿਸਤਾਨ 'ਚ, ਪਰ ਉਰੀ ਅਟੈਕ ਕਰਕੇ ਫਿਰ ਅਸੀਂ ਉਹਨੂੰ ਬੈਨ ਕਰਤਾ, ਅਤੇ ਮਾਲਦੀਵਸ ਨੇ ਵੀ ਬਾਅਦ 'ਚ ਬੈਨ ਕਰਤਾ ਸੀ, ਪਹਿਲਾਂ ਇਹਨੇ ਨਹੀਂ ਕੀਤਾ ਸੀ ਬੈਨ। ਅਤੇ ਤੁਹਾਨੂੰ ਪਤਾ ਹੋਵੇ ਹੁਣ ਇਸ ਟਾਈਮ ਚੇਅਰ ਜਿਹੜੀ ਹੈ ਸਾਰਕ ਦੀ ਨੇਪਾਲ ਕੋਲ ਹੀ ਹੈ, ਕਿਉਂਕਿ ਪਹਿਲਾਂ ਨੇਪਾਲ ਕੋਲ ਸੀ ਨਾ 2014 'ਚ, ਫਿਰ ਉਹਦੇ ਕੋਲ ਹੀ ਹੈ। ਚਲੀ ਜੀ, ਸਾਰਕ ਵੀ ਹੋ ਗਈ ਸਾਡੀ। ਹੁਣ ਸਾਰਕ ਦੇ ਨਾਲ ਸੰਬੰਧਿਤ ਇੱਦਾਂ ਤਾਂ ਬਹੁਤ ਅਨਲਿਮਿਟਿਡ ਗੱਲਾਂ ਨੇ ਜੀ, ਪਰ ਆਪਾਂ ਮੇਨ ਗੱਲਾਂ ਸਾਰੀਆਂ ਡਿਸਕਸ ਕਰ ਲਈਆਂ। ਤੁਹਾਨੂੰ ਸਾਰਕ ਬਾਰੇ ਕਾਫੀ ਗੱਲਾਂ ਪਤਾ ਲੱਗ ਗਈਆਂ, ਹੈ ਨਾ। ਹੁਣ ਤੱਕ ਨਹੀਂ ਪਤਾ ਸੀ ਕੁਝ ਜ਼ਿਆਦਾ ਸਾਰਕ ਬਾਰੇ, ਮੇਰੇ ਖਿਆਲ ਹੈ ਫੁੱਲ ਫੋਰਮ ਵੀ ਨਹੀਂ ਪਤਾ ਹੋਣਾ, ਜਾਂ ਮੈਂਬਰਸ ਬਾਰੇ ਵੀ ਨਹੀਂ ਪਤਾ ਹੋਣਾ। ਅੱਗੇ ਆਪਾਂ ਗੱਲ ਕਰਦੇ ਜੀ ਬਿਮਸਟੈਕ। ਕਹਿੰਦਾ ਬੇ ਆਫ ਬੰਗਾਲ ਇਨੀਸ਼ੀਏਟਿਵ ਆਫ ਮਲਟੀ ਸੈਕਟੋਰਲ ਟ੍ਰੇਡ ਐਂਡ ਇਕਨੋਮਿਕ ਕੋਆਪਰੇਸ਼ਨ, ਹੈ ਨਾ। ਦੇਖੋ ਬੇ ਆਫ ਬੰਗਾਲ ਦੀ ਖਾੜੀ ਦੇ ਨਾਲ ਜਿਹੜੇ ਦੇਸ਼ ਲੱਗਦੇ ਨੇ, ਉਹਨਾਂ ਨੇ ਇਕੱਠੇ ਹੋ ਕੇ ਇੱਕ ਸੰਸਥਾ ਬਣਾਈ, ਬਿਮਸਟੈਕ। ਇਹਦੇ ਬਾਰੇ ਆਪਾਂ ਪੜ੍ਹਦੇ ਹਾਂ ਵੀ ਕਿੱਦਾਂ ਬਣੀ, ਕਿਵੇਂ ਬਣੀ, ਹੈ ਨਾ। ਜਿੱਦਾਂ ਇਹਦੀ ਫੁੱਲ ਫੋਰਮ ਯਾਦ ਕਰ ਲਿਓ। ਦੂਜੀ ਗੱਲ ਕਹਿੰਦਾ ਜਿਹੜੀਆਂ ਲਿਟੋਰਲ ਤੇ ਐਡਜੈਸੈਂਟ ਏਰੀਆਜ਼ ਨੇ, ਉਹ ਜਿੱਥੇ ਪਾਣੀ ਲੱਗਦਾ ਕਾਹਦਾ? ਬੰਗਾਲ ਦੀ ਖਾੜੀ ਦਾ, ਉਹਨਾਂ ਦੇਸ਼ਾਂ ਨੂੰ ਮਿਲਾ ਕੇ ਇੱਕ ਸੰਸਥਾ ਬਣੀ ਹੋਈ ਹੈ। ਹੁਣ ਆਹ ਦੇਖੋ ਕਿਹੜੇ ਕਿਹੜੇ ਦੇਸ਼ ਨੇ: ਬੰਗਲਾਦੇਸ਼, ਭੂਟਾਨ, ਇੰਡੀਆ, ਨੇਪਾਲ, ਸ਼੍ਰੀਲੰਕਾ। ਕਿਉਂਕਿ ਹੁਣ ਪਾਕਿਸਤਾਨ ਤਾਂ ਨਹੀਂ ਲੱਗਦਾ ਇੱਧਰਲੇ ਪਾਸੇ, ਪਾਕਿਸਤਾਨ ਤਾਂ ਉੱਧਰ ਅੰਦਰ, ਹੈ ਨਾ। ਹੁਣ ਤਾਂ ਨਹੀਂ ਬੰਗਾਲ ਦੀ ਖਾੜੀ ਲੱਗਦੀ, ਹੁਣ ਤਾਂ ਅਰਬ ਸਾਗਰ ਲੱਗਦਾ। ਜਾਂ ਹੋਰ ਫਿਰ ਅੱਛਾ, ਇਹ 'ਚ ਮਿਆਂਮਾਰ ਵੀ ਆ ਗਿਆ,
ਪਰ ਇਹ 'ਚ ਮਾਲਦੀਵਸ ਨਹੀਂ ਹੈਗਾ, ਕਿਉਂਕਿ ਮਾਲਦੀਵਸ ਆ ਜਿਹੜਾ, ਹੁਣ ਜੇ ਤੁਸੀਂ ਇੱਦਾਂ ਦੇਖੋਗੇ ਨਾ, ਆ ਇੰਡੀਆ ਮੰਨ ਲਓ, ਇੱਦਾਂ ਦਾ ਇੰਡੀਆ, ਮੈਂ ਇੱਧਰ ਦੀ ਗੱਲ ਕਰ ਰਿਹਾ, ਠੀਕ ਹੈ ਨਾ। ਮਾਲਦੀਵਸ ਤਾਂ ਹੈਗਾ ਇੱਥੇ, ਠੀਕ ਹੈ ਨਾ ਜੀ। ਸੋ ਕਿੱਦਾਂ ਆ ਜਾਊਗਾ, ਪਾਕਿਸਤਾਨ ਉੱਪਰ ਹੈ, ਅਫਗਾਨਿਸਤਾਨ ਉੱਪਰ ਹੈ, ਠੀਕ ਹੈ ਜੀ। ਅੱਛਾ ਮਿਆਂਮਾਰ ਇੱਧਰ ਹੈ, ਇਹ ਤਾਂ ਲੱਗਦਾ ਇਹਨੂੰ ਥਾਈਲੈਂਡ ਵੀ ਹੈ। ਸੋ ਕਹਿੰਦਾ ਭਾਵ ਇਹਦੀ ਥੋੜ੍ਹੀ ਸਮੀਕਰਨ ਵੱਖਰੀ ਹੈ। ਉੱਦਾਂ ਤਾਂ ਭੂਟਾਨ ਨੂੰ ਵੀ ਨਹੀਂ ਲੱਗਦਾ ਜੀ ਸਮੁੰਦਰ, ਭੂਟਾਨ ਵੀ ਉਰਲੇ ਪਾਸੇ ਹੈ, ਜ਼ਮੀਨ ਲੈਂਡ ਲੌਕਡ ਕੰਟਰੀ ਹੈ, ਪਰ ਫਿਰ ਵੀ ਚਲੋ ਭੂਟਾਨ ਨੂੰ ਲੈ ਲਿਆ, ਕਿਉਂਕਿ ਭੂਟਾਨ ਬਹੁਤਾ ਜ਼ਿਆਦਾ ਦੂਰ ਨਹੀਂ ਹੈਗਾ, ਕਾਫੀ ਨੇੜੇ ਆ ਐਜ਼ ਕੰਪੇਅਰ ਟੂ ਬਾਕੀ ਦੇਸ਼ਾਂ ਦੇ। ਸੋ ਆਹ ਮੁਲਕ ਨੇ ਜੀ, ਬੰਗਲਾਦੇਸ਼, ਭੂਟਾਨ, ਇੰਡੀਆ, ਨੇਪਾਲ, ਸ਼੍ਰੀਲੰਕਾ, ਉਸ ਤੋਂ ਬਾਅਦ ਤੁਹਾਡਾ ਮਿਆਂਮਾਰ ਅਤੇ ਥਾਈਲੈਂਡ। ਆਹ ਤਾਂ ਸਾਊਥ ਏਸ਼ੀਆ ਦੇ ਨੇ, ਦੱਖਣੀ ਏਸ਼ੀਆ। ਇਹ ਦੱਖਣ ਪੂਰਬੀ ਏਸ਼ੀਆ ਦੇ ਦੇਸ਼ ਨੇ, ਠੀਕ ਹੈ ਜੀ। ਹੁਣ ਇਹ ਬਣੀ ਕਿੱਦਾਂ, ਸਾਨੂੰ 1997 'ਚ ਨਾ ਕੁਛ ਦੇਸ਼ ਮਿਲੇ ਬੈਂਕਾਕ ਦੇ ਵਿੱਚ। ਬੈਂਕਾਕ ਕਿੱਥੇ ਹੈ ਜੀ, ਥਾਈਲੈਂਡ ਦੀ ਰਾਜਧਾਨੀ ਹੈ। ਉੱਥੇ ਇੱਕ ਡੈਕਲੇਰੇਸ਼ਨ ਹੋਈ, ਕਿਹੜੇ ਕਿਹੜੇ ਮੁਲਕ ਸੀਗੇ ਦੇਖੋ, इंडिया, श्रीलंका, ਟੈਕ, ਉਹਦਾ ਨਾਮ ਬਿਸਟੈਕ ਰੱਖਿਆ ਗਿਆ, ਬਿਸਟੈਕ, ਠੀਕ ਹੈ। ਉਸ ਤੋਂ ਬਾਅਦ ਫਿਰ 1997 ਵਿੱਚ ਮਿਆਂਮਾਰ ਆ ਗਿਆ, ਫਿਰ ਬਿਮਸਟੈਕ ਹੋ ਗਿਆ। ਫਿਰ 2004 ਚ ਨੇਪਾਲ ਤੇ ਭੂਟਾਨ ਵੀ ਪਾ ਲਏ। ਹਾਲਾਂਕਿ ਨੇਪਾਲ ਤੇ ਭੂਟਾਨ ਨੂੰ ਸਮੁੰਦਰ ਨਹੀਂ ਲੱਗਦਾ, ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ, ਆਹ ਦੋ ਦੇਸ਼ ਇਹ ਜਿਹੇ ਨੇ ਜਿਨ੍ਹਾਂ ਸਮੁੰਦਰ ਨਹੀਂ ਲੱਗਦਾ ਹੈਗਾ, ਤੇ ਯਾਦ ਰੱਖਣਾ ਸੌਖਾ ਹੋ ਗਿਆ। ਇੱਕ ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਬਿਸਟੈਕ ਯਾਦ ਰੱਖਣਾ। ਹੁਣ ਬਿਸਟੈਕ 'ਚ ਕੀ ਆ ਗਿਆ ਦੇਖਿਓ, ਸਭ ਤੋਂ ਪਹਿਲਾਂ ਤਾਂ ਆ ਗਿਆ ਤੁਹਾਡਾ ਬੰਗਲਾਦੇਸ਼, ਇੰਡੀਆ, ਸ਼੍ਰੀਲੰਕਾ, ਥਾਈਲੈਂਡ। ਹੁਣ ਦੇਖੋ ਬੰਗਲਾਦੇਸ਼, ਇੰਡੀਆ, ਸ਼੍ਰੀਲੰਕਾ, ਥਾਈਲੈਂਡ, ਇਹ ਤਾਂ ਹੋ ਹੀ ਗਿਆ। ਉਹ ਤੋਂ ਬਾਅਦ ਫਿਰ ਮਿਆਂਮਾਰ ਆ ਗਿਆ ਸੀ, ਇਸ ਕਰਕੇ ਬਿਮਸਟੈਕ ਬਣ ਗਿਆ। ਮਿਆਂਮਾਰ ਆਇਆ ਨਾ ਫਿਰ ਬਾਅਦ 'ਚ। ਉਹ ਤੋਂ ਬਾਅਦ 'ਚ ਫਿਰ ਅਸੀਂ ਕਿਹੜੇ ਦੋ ਦੇਸ਼ ਪਾ ਲਏ, ਇਹਦਾ ਨਮੂਨੇ ਤੁਸੀਂ ਆਪ ਵੀ ਬਣਾ ਸਕਦੇ ਹੋ, ਵੈਸੇ ਇਹਦਾ ਬਣਾਉਣ ਦੀ ਲੋੜ ਨਹੀਂ, ਇੱਦਾਂ ਹੀ ਯਾਦ ਰਹਿੰਦਾ, ਦੋ ਕੁ ਵਾਰੀ ਪੜ੍ਹੋਗੇ ਤਾਂ ਯਾਦ ਰਹਿ ਜੂਗਾ। ਇੱਦਾਂ ਹੀ ਹੋਇਆ ਨਾ ਜਿੱਦਾਂ ਜਿੱਦਾਂ ਮੈਂ ਬੋਲਿਆ। ਦੇਖੋ ਸਭ ਤੋਂ ਪਹਿਲਾਂ ਤਾਂ ਬਿਸਟੈਕ ਸੀ, ਬਿਮਸਟੈਕ ਤੋਂ ਬਿਸਟੈਕ ਤਾਂ ਯਾਦ ਹੋ ਜੂਗਾ ਨਾ। ਸੰਨ 1997 ਦੀ ਗੱਲ ਹੈ। ਉਹ ਤੋਂ ਬਾਅਦ ਫਿਰ ਸੰਨ 1997 ਤੋਂ ਬਾਅਦ ਤੁਹਾਡਾ ਜਿਹੜਾ ਹੈਗਾ ਸੰਨ 2004 ਦੇ ਵਿੱਚ ਆਹ ਦੇਸ਼ ਆ ਗਏ ਤੇ ਬਣ ਗਿਆ। 1997 ਤੋਂ ਬਾਅਦ ਸੰਨ 2004 ਦੇ ਵਿੱਚ। ਚਲੋ ਇਹਦੇ ਕੀ ਗੋਲ ਨੇ, ਦੇਖੋ ਸੇਮ ਹੀ ਗੋਲ ਹੁੰਦੇ ਨੇ ਜੀ, ਤਰੱਕੀ ਕਰਨੀ ਹੈ ਬਸ ਦੇਸ਼ਾਂ ਦੀ। ਪਹਿਲੀ ਗੱਲ ਤਾਂ ਇਕਨੋਮਿਕ ਗਰੋਥ ਕਰਨੀ ਹੈ, ਕਿਉਂਕਿ ਤੁਸੀਂ ਬਿਮਸਟੈਕ ਦੀ ਫੁੱਲ ਫਾਰਮ ਸਮਝੋ, ਕਹਿੰਦਾ ਬੇ ਆਫ ਬੰਗਾਲ ਇਨੀਸ਼ੀਏਟਿਵ ਆਫ ਮਲਟੀ ਸੈਕਟੋਰਲ ਟੈਕਨੀਕਲ ਐਂਡ ਇਕਨੋਮਿਕ ਕੋਆਪਰੇਸ਼ਨ। ਮਲਟੀ ਸੈਕਟੋਰਲ, ਵੱਖਰੇ ਵੱਖਰੇ ਖੇਤਰਾਂ 'ਚ ਤਕਨੀਕੀ ਅਤੇ ਆਰਥਿਕ ਆਪਸ ਦੇ ਵਿੱਚ ਆਪਾਂ ਨੇ ਕੋਆਪਰੇਸ਼ਨ ਕਰਨੀ, ਠੀਕ ਹੈ। ਤੇ ਫਿਰ ਇਹਦਾ ਮਤਲਬ ਤਾਂ ਠੀਕ ਹੈ, ਕੋਆਪਰੇਸ਼ਨ ਕਰਨੀ ਹੈ ਤਾਂ ਇਹਨਾਂ ਫੀਲਡ 'ਚ ਹੀ ਹੋਊਗੀ ਬਈ। ਸਮਾਨਤਾ ਬਣਾ ਕੇ ਰੱਖਣੀ ਹੈ, ਕੋਲੈਬੋਰੇਸ਼ਨ ਕਰਨੀ ਹੈ, ਆਪਸ 'ਚ ਇੱਕ ਦੂਸਰੇ ਨਾਲ ਮਿਲ ਕੇ ਤਰੱਕੀ ਕਰਨੀ ਹੈ, ਐਜੂਕੇਸ਼ਨ ਸਾਇੰਸ ਦੀ ਡਿਵੈਲਪਮੈਂਟ ਕਰਨੀ ਹੈ, ਵਗੈਰਾ ਵਗੈਰਾ। ਇਹ ਗੋਲਸ ਤਾਂ ਕਾਮਨ ਸੈਂਸ ਜੀ ਹੈ ਨੇ, ਆਪਾਂ ਇੱਦਾਂ ਹੀ ਸੋਚ ਹੀ ਸਕਦੇ ਹਾਂ, ਕੋਈ ਖਾਸ ਗੱਲ ਨਹੀਂ, ਠੀਕ ਹੈ ਜੀ। ਹੁਣ ਬਿਮਸਟੈਕ ਦੇ ਹੈੱਡਕੁਆਟਰ ਹੈਗੇ ਨੇ ਢਾਕਾ 'ਚ। ਹੁਣ ਤੱਕ ਪਿਛਲੇ ਸਾਰੇ ਯਾਦ ਕਰ ਲਓ। ਹਾਂਜੀ, ਹੁਣ ਤੱਕ ਆਪਾਂ UNO ਪੜ੍ਹ ਲਿਆ। UNO ਦਾ ਹੈੱਡਕੁਆਟਰ ਕਿੱਥੇ ਨੇ? ਨਿਊਯਾਰਕ 'ਚ ਨੇ। ਇਹ ਤੋਂ ਇਲਾਵਾ ਮੈਂ ਤੁਹਾਨੂੰ ਕਿਹਾ ਸੀ IMF ਦੇ ਹੈੱਡਕੁਆਟਰ ਹੈਗੇ ਨੇ ਵਾਸ਼ਿੰਗਟਨ DC। ਸੋ ਛੱਡੋ, ਉਹ ਤੋਂ ਬਾਅਦ ਸਾਰਕ ਪੜ੍ਹ ਲਿਆ। ਸਾਰਕ ਦੇ ਹੈੱਡਕੁਆਟਰ ਕਾਠਮਾਂਡੂ। ਅਤੇ ਹੁਣ ਆਪਾਂ ਪੜ੍ਹ ਰਹੇ ਬਿਮਸਟੈਕ, ਢਾਕਾ। ਕਿਉਂਕਿ ਸਭ ਤੋਂ ਪਹਿਲਾਂ ਬੇ ਆਫ ਬੰਗਾਲ, ਬੀ ਤੋਂ ਬੰਗਲਾਦੇਸ਼ ਆਉਂਦਾ, ਇਸ ਕਰਕੇ ਢਾਕਾ ਲੈ ਲਓ। ਹੁਣ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ, ਤੇ ਬਿਨਾਂ ਦੇਖੇ ਤੇ ਤੁਸੀਂ ਮੈਂਬਰ ਯਾਦ ਆ ਗਏ ਤੁਹਾਨੂੰ? ਦੱਸ ਸਕਦੇ ਹੋ ਕਿਹੜੇ ਕਿਹੜੇ ਮੈਂਬਰ ਨੇ? ਹਾਂਜੀ ਤੁਸੀਂ ਦੱਸੋ ਮੈਡਮ। ਓਕੇ, ਬੰਗਲਾਦੇਸ਼, ਇੰਡੀਆ, नेपाल, ठीक है, म्यांमार। नेपाल ਦੇ ਨਾਲ ਇੱਕ ਹੋਰ ਦੇਸ਼ ਹੈ ਜਿਹੜਾ ਸਮੁੰਦਰ ਨਾਲ ਨਹੀਂ ਲੱਗਦਾ, ਭੂਟਾਨ। ਉੱਪਰਲੇ ਪਾਸੇ ਹੈ ਨਾ ਉਹ। ਇੱਦਾਂ ਯਾਦ ਰੱਖਣਾ ਨਾ, ਪਹਿਲਾਂ ਬਿਮਸਟੈਕ ਸੀਗਾ, ਫਿਰ ਬਿਮਸਟੈਕ ਹੋ ਗਿਆ, ਫਿਰ ਆ ਵੀ ਪਾਲੇ ਵਿੱਚ।
ਠੀਕ ਹੈ ਜੀ। ਸੋ ਇਹ ਸੀ। ਹੁਣ ਜੇ ਆਪਾਂ ਗੱਲ ਕਰੀਏ ਨਾ, ਕਹਿੰਦੇ ਜੀ ਇੰਡੀਆ ਜਿਹੜਾ ਹੈਗਾ, ਜਿਹੜਾ ਇਹਦਾ ਟੋਟਲ ਖਰਚਾ ਹੁੰਦਾ ਉਹਦਾ 33% ਇੰਡੀਆ ਦਿੰਦਾ, ਕਿਉਂਕਿ ਇੰਡੀਆ ਇੱਕ ਬਹੁਤ ਬੜਾ ਦੇਸ਼ ਹੈ, ਬਾਕੀ ਦੇਸ਼ਾਂ ਦੇ ਮੁਕਾਬਲੇ ਕਾਫੀ ਅੱਛਾ ਦੇਸ਼ ਹੈ, ਠੀਕ ਹੈ ਨਾ। ਤਾਂ ਅਸੀਂ 1/3 ਖਰਚਾ ਅਸੀਂ ਕਰਦੇ ਹਾਂ ਇਹਦਾ। ਉਹ ਤੋਂ ਬਾਅਦ ਇਹਦੇ ਸੈਕਟਰੀ ਜਨਰਲ ਕੌਣ ਨੇ ਜੀ? ਮੁਹੰਮਦ ਸ਼ਾਹਿਦੁਲ ਇਸਲਾਮ। ਸ਼ਾਹਿਦੁਲ ਇਸਲਾਮ ਇਹ ਬੰਗਲਾਦੇਸ਼ ਦੇ ਨੇ, ਠੀਕ ਹੈ ਜੀ। ਇਹ ਇਸ ਟਾਈਮ ਇਹਦੇ ਸੈਕਟਰੀ ਜਨਰਲ ਨੇ, ਠੀਕ ਹੈ ਜੀ। ਨਾਮ ਯਾਦ ਹੋਣਾ ਚਾਹੀਦਾ। ਬਿਮਸਟੈਕ ਦੀਆਂ ਹੁਣ ਤੱਕ ਸਮਿਟਸ ਜਿਹੜੀਆਂ ਨੇ, ਆ ਦੇਖੋ, ਸੰਨ 2004 ਚ ਹੋਈ ਪਹਿਲਾਂ ਥਾਈਲੈਂਡ, ਫਿਰ ਉਹ ਤੋਂ ਬਾਅਦ ਸੰਨ 2008 ਚ ਇੰਡੀਆ ਚ, ਸੰਨ 2014 ਚ ਮਿਆਂਮਾਰ, ਫਿਰ 2018 ਚ ਨੇਪਾਲ ਚ, 2022 ਚ ਸ਼੍ਰੀਲੰਕਾ। ਮਤਲਬ ਜਨਰਲੀ 4 ਸਾਲ ਬਾਅਦ ਹੁੰਦੇ, ਜਨਰਲੀ, ਮਤਲਬ ਇਹਨਾਂ ਦਾ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ, ਪਰ ਫਿਰ ਵੀ ਜਨਰਲੀ 4 ਸਾਲ ਦਾ ਮੰਨ ਕੇ ਚਲੋ। ਲਾਸਟ ਜਿਹੜੀ ਹੈ ਸੰਨ 2018 ਚ ਨੇਪਾਲ ਚ ਹੋਈ ਹੈ, ਹੁਣ ਕਿੱਥੇ ਹੋਣੀ ਹੈ? ਸ਼੍ਰੀਲੰਕਾ 2022 ਚ। ਇਹ ਚੀਜ਼ ਇੰਪੋਰਟੈਂਟ ਹੈ। ਬਾਕੀ ਜਿਹੜੇ ਆਪਾਂ ਸੰਗਠਨ ਪੜ੍ਹਨੇ ਉਹਨਾਂ 'ਚ ਵੀ ਇੱਦਾਂ ਹੀ ਪੜ੍ਹਾਂਗੇ। ਚਲੀਏ ਅੱਗੇ। ਤਾਂ ਇਹ 'ਚ ਕਈ ਐਗਰੀਮੈਂਟ ਹੋ ਚੁੱਕੇ ਨੇ। ਦੇਖੋ ਜਿਹੜੇ ਦੇਸ਼ਾਂ ਦਾ ਨਾਮ ਆਪਾਂ ਲਿਆ ਨਾ, ਇਹਨਾਂ ਦੇਸ਼ਾਂ ਦੀ ਪੋਪੂਲੇਸ਼ਨ ਜੇ ਆਪਾਂ ਦੇਖੀਏ, ਪੂਰੀ ਦੁਨੀਆ ਦਾ 22% ਪੋਪੂਲੇਸ਼ਨ ਹੈ ਇਹਨਾਂ ਦੇਸ਼ਾਂ 'ਚ, ਅਤੇ ਪੂਰੀ ਦੁਨੀਆ ਦੀ ਜਿਹੜੀ ਅਰਥ ਵਿਵਸਥਾ ਹੈ ਉਹਦਾ 6.5% ਹੈ ਇਹਨਾਂ 'ਚ, ਪੈਸੇ ਦੇ ਹਿਸਾਬ ਨਾਲ ਦੇਖੀਏ ਤਾਂ। ਤੇ ਬਾਕੀ ਕਈ ਪ੍ਰੋਜੈਕਟ ਨੇ ਜਿਹੜੇ ਇਹਦੇ ਅੰਡਰ ਕੰਮ ਕਰਦੇ ਨੇ। ਇੱਕ ਤਾਂ ਹੈਗਾ ਕਲਾਦਾਨ ਪ੍ਰੋਜੈਕਟ, ਕਲਾਦਾਨ ਮਲਟੀ ਮੋਡਲ ਪ੍ਰੋਜੈਕਟ, ਜਿਹੜਾ ਇੰਡੀਆ ਅਤੇ ਮਿਆਂਮਾਰ ਨੂੰ ਆਪਸ 'ਚ ਜੋੜਦਾ, ਠੀਕ ਹੈ, ਰਿਵਰ ਦੇ ਥਰੂ। ਇੱਕ ਟ੍ਰਾਈਲੇਟਰਲ ਹਾਈਵੇ ਹੈ, ਇੰਡੀਆ, ਥਾਈਲੈਂਡ ਤੇ ਮਿਆਂਮਾਰ ਹਾਈਵੇ, ਸੜਕ ਬਣਾ ਰਹੇ ਹਾਂ ਅਸੀਂ। ਉਹ ਤੋਂ ਬਾਅਦ ਇੱਕ ਹੈਗਾ ਜੀ BBIN, ਬੰਗਲਾਦੇਸ਼, ਭੂਟਾਨ, ਇੰਡੀਆ ਤੇ ਨੇਪਾਲ ਨੂੰ ਜੋੜਨ ਵਾਸਤੇ ਇੱਕ ਹੋਰ ਸੜਕ ਬਣ ਰਹੀ ਹੈ। ਇਹ ਮੋਟਰ ਵਹੀਕਲ ਐਗਰੀਮੈਂਟ ਹੈ। ਤੁਹਾਨੂੰ ਇਹ ਪੁੱਛੂਗਾ ਵੀ ਇਹ ਵਾਲੇ ਐਗਰੀਮੈਂਟ ਕਿਹਦੇ ਅੰਡਰ ਆਉਂਦੇ ਨੇ? ਤੁਸੀਂ ਕਹਿਣਾ ਬਿਮਸਟੈਕ ਦੇ ਅੰਡਰ। ਦੈਟਸ ਇਟ, ਹੋਰ ਕੁਛ ਨਹੀਂ, ਠੀਕ ਹੈ ਜੀ। ਸੋ ਆਹ ਸੀ ਬਿਮਸਟੈਕ ਬਾਰੇ ਕੁਝ ਗੱਲਾਂ। ਹੁਣ ਆਪਾਂ ਸਾਰਕ ਵੀ ਪੜ੍ਹਿਆ ਤੇ ਬਿਮਸਟੈਕ ਵੀ ਪੜ੍ਹਿਆ। ਇਹਦੇ ਫਰਕ ਦੇਖੋ ਤੁਸੀਂ। ਹੁਣ ਤੱਕ ਸਾਰਕ ਆਪਾਂ ਪੜ੍ਹਿਆ, ਸਾਰਕ ਦੇ ਵਿੱਚ ਕੀ ਸੀ ਦੱਸੋਗੇ? ਕੀ ਸੀ ਸਾਰਕ ਦੇ ਵਿੱਚ?